Welcome to another episode of Let's Talk Comfort Session. Today is Eid's second day. We hope everyone is enjoying and having a good time, as much as we can enjoy given the tragedies and calamities that we have been faced with. But we have to make do with it. आज के सेशन ज़रा स्पेशल है, उर्दू पंजाबी मिक्स है. और आज क्योंकि हमारी जो गेस्ट हैं, शी इज़ एन अमेजिंग जर्नलिस्ट, और जो सबसे ज़्यादा एक मज़े की बात है कि उनका ताल्लुक जो है वो अमृतसर से है, जहाँ जो लाहौर का बिल्कुल बॉर्डर, एक तरह का सिस्टर सिटी है. यहाँ से काफ़ी लोग पार्टीशन में वहाँ गए, वहाँ से यहाँ आए. तो एक स्पेशल कनेक्शन बन जाता है लाहौर और अमृतसर का, और ख़ास तौर पे लाहौरियों और अमृतसरियों का. लाहौर की बहुत सारी कुजीन के अंदर, लाहौर की बहुत ज़्यादा बातों के अंदर, ज़ुबान के अंदर अमृतसर का रंग, और अमृतसर के अंदर जो है वो लाहौर का एक रंग है. तो हमने उनको आज इनवाइट किया है. शी इज़ नाउ बेस्ड इन ऑस्ट्रेलिया, बट शी वाज वेरी काइंड टू जॉइन दिस सेशन. वहाँ पे इस वक्त रात के 10 बजे हैं. I'm talking about Ruchika Talwar, who has been a frequent visitor to Pakistan and amazing journalist. She started her career with with print journalism and TV journalism as well, from Z, and now she is with the leading broadcaster in Australia. She's right now in Melbourne, so I will now invite her in. I've sent the invitation. हेलो जी. ਜੀ ਸਲਾਮ, ਨਮਸਤੇ, ਸਤਿ ਸ਼੍ਰੀ ਅਕਾਲ, ਹੈਲੋ ਸਾਰੇ ਦੋਸਤਾਂ ਨੂੰ ਜੀ. ਬਿਲਕੁਲ ਖੈਰੀਅਤ, ਈਦ ਮੁਬਾਰਕ ਤੁਹਾਨੂੰ ਵੀ ਤੇ ਹੋਰ ਵੀ ਸਾਡੇ ਦੋਸਤ ਮਿੱਤਰ ਸੱਜਣ ਮਿਹਰਬਾਨ ਜਿਹੜੇ ਸਾਡੇ ਨਾਲ ਰਾਬਤਾ ਕਰ ਰਹੇ ਨੇ. ਔਰ ਕੋਸ਼ਿਸ਼ ਕਰਕੇ ਅਸੀਂ ਗੱਲਬਾਤ ਜਿਹੜੀ ਹੈ ਉਹਨੂੰ ਮੁਖਤਲਿਫ ਜ਼ੁਬਾਨਾਂ ਦੇ ਵਿੱਚ ਕਰਾਂਗੇ. ਜਿਹੜਾ ਬੰਦਾ ਜਿਹੜੀ ਵੀ ਜ਼ੁਬਾਨ 'ਚ ਸਵਾਲ ਪੁੱਛਣਾ ਚਾਹਵੇ ਜਾਂ ਜਵਾਬ ਸੁਣਨਾ ਚਾਹਵੇ, ਅੰਗਰੇਜ਼ੀ, ਉਰਦੂ, ਹਿੰਦੀ, ਪੰਜਾਬੀ, ਸਲਮਾਨ ਸਾਹਿਬ ਤੁਹਾਡੀ ਇਜਾਜ਼ਤ ਨਾਲ ਸਾਰੀਆਂ ਜ਼ੁਬਾਨਾਂ 'ਚ ਗੱਲ ਕਰਨ ਦਾ ਖਿਆਲ कैसा रहेगा? नहीं, बहुत अच्छा. मैं ही दसना पे ऐसा कि हमारे आज ਦਾ ਸੈਸ਼ਨ ਜਿਹੜਾ ਸਪੈਸ਼ਲ ਹੈ ਕਿ ਉਰਦੂ ਵੀ ਹੋਏਗੀ, ਪੰਜਾਬੀ ਵੀ ਹੋਏਗੀ, ਹਿੰਦੀ ਵੀ ਹੋਏਗੀ ਤੇ ਇੰਗਲਿਸ਼ ਵੀ ਹੋਏਗੀ. ਤੇ ਜਿਸ ਤਰ੍ਹਾਂ ਸਾਡਾ ਇੱਕ ਏਰੀਆ ਹੈ ਸਬ ਕੰਟੀਨੈਂਟ ਦਾ, ਇੰਡੀਆ, ਪਾਕਿਸਤਾਨ, ਤੇ ਮੁxtਲਿਫ ਚੀਜ਼ਾਂ ਜਿਹੜੀਆਂ ਨੂੰ ਮਿਲ ਕੇ ਖੂਬਸੂਰਤ ਬਣਾਉਂਦੀਆਂ ਨੇ. ਮੁxtਲਿਫ ਜ਼ਬਾਨਾਂ, ਮੁxtਲਿਫ ਕਿਸਮ ਦੇ ਲੋਕ, ਮੁxtਲਿਫ ਕਿਸਮ ਦੀਆਂ ਖਾਣੇ, ਮੁxtਲਿਫ ਕਿਸਮ ਦੇ ਤਿਉਹਾਰ, ਤੇ ਇਹੀ everything makes it beautiful. ਜੀ ਬਿਲਕੁਲ ਬਿਲਕੁਲ. ਔਰ ਮਜ਼ੇ ਦੀ ਗੱਲ ਇਹ ਹੈ ਕਿ ਜਿਹੜਾ ਸਾਡਾ ਖਿੱਤਾ ਹੈ ਨਾਰਥ ਇੰਡੀਆ ਦਾ, ਖਾਸ ਤੌਰ ਤੇ ਉਹ ਪਾਕਿਸਤਾਨ ਦੇ ਤਕਰੀਬਨ ਸਾਰੇ, ਪਾਕਿਸਤਾਨ ਦੀ ਲੰਬਾਈ ਚੌੜਾਈ ਦੇ ਨਾਲ ਜ਼ਿਆਦਾਤਰ ਨਾਰਥ ਔਰ ਸੈਂਟਰਲ ਇੰਡੀਆ ਦੀ ਵਾਬਸਤਗੀ ਜਿਹੜੀ ਹੈਗੀ ਹੈ ਜ਼ਬਾਨਾਂ ਦੇ ਦੀ ਸਤਹ ਤੇ ਦੇਖੀਏ ਤੇ ਜ਼ਿਆਦਾ ਹੈਗੀ ਹੈ. ਕਿਉਂਕਿ ਜਿੱਥੇ ਤੁਹਾਡਾ ਸਿੰਧ ਖਤਮ ਹੁੰਦਾ ਉੱਥੇ ਭਾਰਤ ਦਾ ਗੁਜਰਾਤ ਦਾ ਏਰੀਆ ਜਿਹੜਾ ਹੈ, ਸੋ ਉਹ ਲੋਕ ਸਾਰੇ ਬੜੀ ਸੋਹਣੀ ਹਿੰਦੀ ਬੋਲਦੇ ਨੇ. ਔਰ ਉੱਪਰ ਆਉਂਦੇ ਜਾਓ ਤੁਸੀਂ ਤੇ ਉੱਥੇ ਉਰਦੂ ਦੇ ਨਾਲ ਵੀ ਬੜਾ ਸੋਹਣਾ ਮੇਲ ਹਿੰਦੀ ਦਾ ਹੁੰਦਾ ਹੈ. ਪੰਜਾਬ ਵੱਲ, ਹਰਿਆਣੇ ਵੱਲ, ਦਿੱਲੀ ਵੱਲ ਆ ਜਾਓ, ਚੰਡੀਗੜ੍ਹ ਵੱਲ, ਤੇ ਲੋਕ ਪੰਜਾਬੀ, ਹਿਮਾਚਲ ਦੇ ਵਿੱਚ ਪੰਜਾਬੀ ਬੋਲਦੇ ਨੇ. ਜੰਮੂ ਕਸ਼ਮੀਰ ਦਾ ਜਿਹੜਾ ਬਾਰਡਰਿੰਗ ਏਰੀਆ ਹੈਗਾ, ਵੈਲੀ ਨੂੰ ਛੱਡ ਦਿਓ ਤੇ ਉੱਥੇ ਡੋਗਰੀ, ਗੋਜਰੀ ਬੋਲਦੇ ਨੇ, ਜਿਹੜੇ ਪੰਜਾਬੀ ਦੇ ਡਾਇਲੈਕਟਸ ਹੈਗੇ ਨੇ. ਸੋ ਅਸੀਂ ਇੱਕ ਦੂਸਰੇ ਦੇ ਨਾਲ ਬਾਕੀ ਹੋਰ ਚੀਜ਼ਾਂ ਨਾਲ ਵੀ ਜ਼ਰੂਰ ਜੁੜੇ ਹੋਏ ਹਾਂ, ਲੇਕਿਨ ਜ਼ਬਾਨ ਜਿਹੜੀ ਹੈ ਇਹ ਬਹੁਤ ਮਜ਼ਬੂਤ ਰਿਸ਼ਤਾ ਕਾਇਮ ਕਰਦੀ ਹੈ ਦੋ ਲੋਕਾਂ ਦੇ ਵਿੱਚ, ਦੋ ਕੌਮਾਂ ਦੇ ਵਿੱਚ. ਸੋ ਇਸ ਕਰਕੇ ਅਸੀਂ ਸਾਰੇ ਦੋਸਤ ਅੱਜ, ਜਿਹੜਾ ਮੈਨੂੰ ਨਹੀਂ ਪਤਾ ਸੀ ਤੁਸੀਂ ਕਿੰਨੇ ਦੇਰ ਦਾ ਇਹ ਸੈਸ਼ਨ ਜਿਹੜਾ ਪਲਾਨ ਕੀਤਾ, ਲੇਕਿਨ ਸਾਰੇ ਦੋਸਤ ਸਭ ਨੂੰ ਖੁੱਲਾ ਸੱਦਾ ਹੈ. everyone has an open invitation. Please ask a question in a language that you feel comfortable in or you would like to converse in. जिस भी भाषा में आप वार्तालाप करना चाहें, जिस जबान में आप गुफ्तगू करना चाहें, तो हर चीज का सौदा मौजूद है. ਹਾਂਜੀ ਹਾਂਜੀ. ਕਿਹੜੀ ਟੌਫੀ ਗੋਲੀ ਚਾਹੀਦੀ ਹੈ ਦੱਸੋ, ਅਸੀਂ ਦੱਸੋ. ਤੁਸੀਂ ਅੰਮ੍ਰਿਤਸਰ, ਜਦੋਂ ਅੰਮ੍ਰਿਤਸਰ ਤੁਸੀਂ, ਤੁਹਾਡੀ ਜੰਮਪਲ ਅੰਮ੍ਰਿਤਸਰ ਦੀ ਹੈ ਕਿ ਆਪ ਅੰਮ੍ਰਿਤਸਰ में पैदा? ਹਾਂਜੀ, ਜੰਮ ਅੰਮ੍ਰਿਤਸਰ ਦੀ ਹੈ, ਪਲ ਪੂਰੀ ਨਹੀਂ ਹੈਗੀ. ਮੈਂ ਅੰਮ੍ਰਿਤਸਰ ਚ ਪੈਦਾ ਹੋਈ ਸੀ, ਲੇਕਿਨ ਉਸ ਤੋਂ ਬਾਅਦ ਅਸੀਂ ਮੇਰੀ ਸਕੂਲਿੰਗ ਜਿਹੜੀ ਉਹ ਸ਼ਿਮਲਾ ਚ ਹੋਈ ਹੈ. ਹਾਂਜੀ, ਮੈਂ 7 ਸਾਲ ਦੀ ਸੀ. ਘਰ ਵਾਲੇ ਸ਼ਾਇਦ ਨੱਕੋ ਨੱਕ ਭਰ ਗਏ ਸਨ 7 ਸਾਲਾਂ ਚ, ਤੇ ਉਹਨਾਂ ਨੇ ਬੋਰੀਆ ਬਿਸਤਰਾ ਬੰਨਿਆ ਤੇ ਹੌਸਟਲ ਭੇਜਤਾ. ਲੇਕਿਨ ਮੈਂ ਸਮਝਦੀ ਹਾਂ ਕਿ ਸ਼ਾਇਦ ਮੇਰੀ ਜ਼ਿੰਦਗੀ ਦੇ ਵਿੱਚ ਪੇਰੈਂਟਸ ਸਾਰਿਆਂ ਦੇ ਬਹੁਤ ਅੱਛੇ ਫੈਸਲੇ ਆਪਣੇ ਬੱਚਿਆਂ ਦੇ ਹੱਕ ਵਿੱਚ ਲੈਂਦੇ ਨੇ. ਸਾਰੇ ਪੇਰੈਂਟਸ ਲੈਂਦੇ ਆਪਣੀ
ਜੋ ਉਹਨਾਂ ਦੀ ਵਿੱਥ ਹੁੰਦੀ ਹੈ, ਜੋ ਜਿੰਨਾ ਉਹ ਅਫੋਰਡ ਕਰ ਸਕਦੇ ਆ, ਜੋ ਉਹਨਾਂ ਦੀ ਮੈਂ ਨਹੀਂ ਕਹਿਣਾ ਚਾਹਾਂਗੀ ਔਕਾਤ ਜਾਂ ਹੈਸੀਅਤ, ਕਿਉਂਕਿ ਮਾਂ ਪਿਓ ਦੀ ਹੈਸੀਅਤ ਔਰ ਔਕਾਤ ਨੂੰ ਮਾਪਿਆ ਨਾਪਿਆ ਨਹੀਂ ਜਾ ਸਕਦਾ, ਲੇਕਿਨ ਜੋ ਉਹਨਾਂ ਦੀ ਵਿੱਥ ਹੈ, ਯਾਨੀ ਜਿੱਥੋਂ ਤੱਕ ਉਹ ਆਪਣੇ ਹੱਥ ਪੈਰ ਫੈਲਾ ਸਕਦੇ ਨੇ, ਉਸ ਦੇ ਮੁਤਾਬਿਕ ਬਹੁਤ ਸਾਰੇ ਫੈਸਲਿਆਂ ਦੇ ਵਿੱਚੋਂ ਸ਼ਾਇਦ ਬਿਹਤਰੀਨ ਫੈਸਲਿਆਂ ਚੋਂ ਇੱਕ ਇਹ ਸੀ ਕਿ ਮੇਰੇ ਪੇਰੈਂਟਸ ਨੇ ਮੈਨੂੰ ਬੜੀ ਛੋਟੀ ਉਮਰੇ ਬੋਰਡਿੰਗ ਸਕੂਲ ਭੇਜਿਆ। ਅੱਛਾ, ਸੋ ਯੂ ਲਾਈਕਡ ਇਟ, ਯਾਨੀ ਬੋਰਡਿੰਗ ਸਕੂਲ। I hated it. I hated it. I hated it like nothing else. ਮੈਂ ਹਰ ਦਿਨ ਰਾਤ ਨੂੰ, ਕਿਉਂਕਿ ਉਹ ਇੱਕ ਜੈਜ਼ੂਇਟ ਸਕੂਲ ਸੀਗਾ, ਕ੍ਰਿਸਚੀਅਨਸ ਦਾ ਬਹੁਤ ਮਸ਼ਹੂਰ ਸਕੂਲ ਹੈਗਾ ਨਾਰਥ ਇੰਡੀਆ ਦਾ, ਆਕਲੈਂਡ ਹਾਊਸ ਸਕੂਲ ਹੈ ਉਸਦਾ ਨਾਮ ਸ਼ਿਮਲਾ 'ਚ, ਔਰ ਉਹ 1866 ਦਾ ਸਕੂਲ ਹੈ। ਅੱਛਾ, ਹਾਂਜੀ, ਬੜਾ ਵੈਲ ਐਸਟੈਬਲਿਸ਼ਡ ਹੈ ਉਹ। ਜਦੋਂ ਮੈਂ ਸਕੂਲ ਗਈ ਸੀ 1991 ਚ, ਮੈਂ ਸੈਕੰਡ ਕਲਾਸ ਚ ਐਡਮਿਸ਼ਨ ਲਈ ਸੀ, ਤੇ ਉਦੋਂ ਵੀ ਉਸਦਾ ਐਂਟਰੈਂਸ ਐਗਜ਼ਾਮ ਹੁੰਦਾ ਸੀ। ਅੱਛਾ, ਉਦੋਂ ਵੀ ਬੜਾ ਮਹਿੰਗਾ ਸਕੂਲ ਹੁੰਦਾ ਸੀ। ਤੇ ਉਹ ਇਸ ਤਰ੍ਹਾਂ ਹੈ ਜੀ ਕਿ ਮੈਂ ਬੜਾ ਦੁਖੀ ਹੁੰਦੀ ਸੀ। ਮੈਂ ਰੋਜ਼ ਰਾਤ ਨੂੰ ਸੌਂਦੀ ਸੀ ਤੇ ਮੇਰਾ ਸਿਰਹਾਣਾ ਗਿੱਲਾ ਹੁੰਦਾ ਸੀ। ਮੈਨੂੰ ਪਤਾ ਸਵੇਰੇ ਮੈਂ ਉੱਠਦੀ ਸਾਂ ਨਾ ਤੇ ਤਕੀਏ ਦੇ ਉੱਤੇ ਨਮੀ ਹੁੰਦੀ ਸੀ। ਮੈਂ ਰੋਂਦੀ ਸੀ ਬਿਕਾਜ਼ ਆਈ ਵਾਂਟਡ ਟੂ ਗੋ ਬੈਕ ਹੋਮ ਟੂ ਮਾਈ ਫੈਮਿਲੀ. correct. And my grandmother, she still recalls that every time your parents dropped you off to Shimla, for the next couple of nights, your mum would be heard sobbing in her bed. बिल्कुल, just like that movie Tare Zameen Pe. Yeah, but it was a decision that they took, keeping my future in mind. ਉਹ ਚਾਹੁੰਦੇ ਸੀ ਕਿ ਇਹਦੀ ਕੁੜੀ ਦੀ ਇੱਕ ਪੜ੍ਹਾਈ ਦੇ ਤੌਰ ਤੇ ਜਾਂ ਇੱਕ ਅੱਛੇ ਮਜ਼ਬੂਤ ਕੌਨਫੀਡੈਂਟ ਇਨਸਾਨ ਦੇ ਤੌਰ ਤੇ ਇਸਦੀ ਬੁਨਿਆਦ ਮਜ਼ਬੂਤ ਹੋ ਜਾਵੇ। ਔਰ ਉਹ ਹੋਇਆ ਵੀ ਕਿਉਂਕਿ ਅਸੀਂ ਉੱਥੇ ਆਪਣਾ ਬੈੱਡ ਆਪ ਉੱਠ ਕੇ ਬਣਾਉਣਾ, ਆਪਣੇ ਆਪਣੇ ਬੂਟ ਸਵੇਰੇ ਪਾਲਿਸ਼ ਕਰਨੇ ਆਪ, ਰਾਤ ਨੂੰ ਬਲਕਿ ਕਰਕੇ ਸੋਣੇ, ਕਿਉਂਕਿ ਸ਼ਿਮਲੇ ਦੀ ਠੰਡ ਵਿੱਚ ਤੜਕੇ 5:30 ਵਜੇ ਉਠਾ ਦਿੰਦੇ। ਹਾਂ, 5:30 ਉਠਾ ਦਿੰਦੇ ਸਨ। ਔਰ ਸ਼ਿਮਲੇ ਦੀ ਠੰਡ ਵਿੱਚ ਮਤਲਬ 3-4 ਡਿਗਰੀ ਟੈਂਪਰੇਚਰ ਦੇ ਵਿੱਚ ਸਵੇਰੇ ਕੱਪੜੇ ਪਾ ਕੇ, ਸ਼ਾਰਟਸ ਟੀ-ਸ਼ਰਟ ਪਾ ਕੇ ਬਾਸਕਟਬਾਲ ਖੇਡਣ ਜਾਂਦੇ ਸੀ। 4-5 ਡਿਗਰੀ ਟੈਂਪਰੇਚਰ ਦੇ ਵਿੱਚ, ਔਰ ਜਾਂ ਫਿਰ ਕ੍ਰਾਸ ਕੰਟਰੀ ਜਾਣਾ। ਸੋ ਉਹ ਚੀਜ਼ਾਂ ਜਿਹੜੀਆਂ ਨੇ, ਉਹਨਾਂ ਨੇ ਨਾ, ਤੁਸੀਂ ਕਹਿ ਸਕਦੇ ਹੋ ਕਿ ਬਚਪਨ ਦੇ ਵਿੱਚ ਇੱਕ ਮਿਲਿਟਰੀ ਰੈਜੀਮੈਂਟ ਤੁਹਾਡੇ ਅੰਦਰ, ਇੱਕ ਫੌਜੀਆਂ ਵਾਲਾ ਡਿਸਿਪਲਿਨ ਜਿਹੜਾ ਨਾ ਉਹ ਕਰਤਾ ਕਿ ਜੇ ਰਾਤ ਨੂੰ ਨੀਂਦ ਨਹੀਂ ਆਈ, ਜੇ ਘਰਦਿਆਂ ਦੀ ਯਾਦ ਆ ਰਹੀ ਹੈ, ਤੇ ਆਪਣੇ ਅਥਰੂ ਵੀ ਆਪ ਪੂੰਝ ਕੇ ਸੌਣਾ ਪੈਣਾ, ਕਿਸੇ ਮਾਂ ਨੇ ਆ ਕੇ ਥਪਕੀ ਦੇ ਕੇ ਨਹੀਂ ਸਵਾਣਾ। ਹਾਲਾਂਕਿ ਚਲੋ ਬੜਾ ਅੱਛਾ ਫੋਨ ਵੀ ਉਸ ਨਹੀਂ ਹੁੰਦਾ ਸੀ ਕਿ ਇੱਕ ਫੋਨ ਹੁੰਦਾ ਹੈ ਉਹ ਜਿਹੜਾ ਬਰਾਮਦੇ 'ਚ ਪਿਆ ਹੈ, ਜਿਸ ਤਰ੍ਹਾਂ ਫਿਲਮਾਂ 'ਚ ਦੱਸਦੇ, ਉਹਦੇ ਵਿੱਚ ਬਾਰੀ ਇੱਕ ਦਿਨ ਇਜਾਜ਼ਤ, ਮਤਲਬ ਵੀਕਐਂਡ, ਸੈਟਰਡੇ ਸੰਡੇ ਇਜਾਜ਼ਤ ਹੈ ਕਿ ਤੁਹਾਨੂੰ ਇਨਕਮਿੰਗ ਕਾਲ ਆ ਸਕਦੀ ਹੈ। ਸੋ ਆवर ਪੇਰੈਂਟਸ ਕੁਡ ਕਾਲ ਅਸ, ਵੀ ਕੁਡਨਟ ਕਾਲ them। ਅੱਛਾ, ਹਾਂ, ਅਸੀਂ ਸੈਟਰਡੇ ਨੂੰ ਖਤ ਲਿਖਦੇ ਸੀਗੇ। ਹਰ ਸੈਟਰਡੇ ਸਾਡਾ ਹਾਫ ਡੇ ਹੁੰਦਾ ਸੀ, ਜਿਸ ਤਰ੍ਹਾਂ ਆਮ ਤੌਰ ਤੇ ਹੁੰਦਾ ਹੀ ਹੈ ਹਾਫ ਡੇ, ਤੇ ਲਾਸਟ ਪੀਰੀਅਡ ਦੇ ਵਿੱਚ ਅਸੀਂ ਖਤ ਲਿਖਣਾ, ਜਿਹੜਾ ਉਹ 25 ਪੈਸੇ ਦਾ ਇਨਲੈਂਡ ਲੈਟਰ ਕਾਰਡ, ਪੋਸਟ ਕਾਰਡ ਹੁੰਦਾ ਸੀ, ਉਹਦੇ ਤੇ ਵੀ ਕੁਡ ਰਾਈਟ ਲੈਟਰਸ on the weekend to our parents। ਔਰ ਉਹ ਖਤ ਸ਼ਿਮਲੇ ਕਦੋਂ 1991-92 ਚ ਤੁਰਨਾ, 15 ਦਿਨਾਂ ਬਾਅਦ ਕਿਤੇ ਅੰਮ੍ਰਿਤਸਰ ਪਹੁੰਚਣਾ ਉਹਨੇ, ਉਹਨਾਂ ਵਿਚਾਰਿਆਂ ਨੇ ਪੜ੍ਹਨਾ, ਫਿਰ ਜਵਾਬ ਦੇਣਾ, ਮਤਲਬ ਮਹੀਨੇ ਡੇਢ ਮਹੀਨੇ ਬਾਅਦ ਜਾ ਕੇ ਉਹਦਾ ਜਵਾਬ ਆਉਂਦਾ ਸੀ। ਇੰਤਜ਼ਾਰ ਤਾਂ ਆਪਣਾ ਹੀ ਮਜ਼ਾ। ਪਰ ਬੱਚੇ ਨਹੀਂ ਨਾ ਸਮਝਦੇ ਜੀ। 7 ਸਾਲ ਦੀ ਉਮਰ ਚ ਤੇ ਉਹ ਬੱਚੇ ਨੂੰ ਹੁੰਦਾ ਕਿ ਬਸ, ਤੁਸੀਂ ਯਕੀਨ ਮੰਨੋ ਕਿ ਸ਼ਿਮਲੇ ਦੇ ਕੋਲ ਇੱਕ ਜਗ੍ਹਾ ਹੈ ਕੁਫਰੀ, KUFRI। ਸੋ ਉਹਦੇ ਪਹਾੜ ਜਿਹੜੇ ਨੇ ਉਹ ਸਦਾ ਹੀ ਬਰਫ਼ ਨਾਲ ਢੱਕੇ ਰਹਿੰਦੇ ਆ, ਇੰਨਾ ਠੰਡਾ ਇਲਾਕਾ। ਸੋ ਉਹ ਸਾਡੇ ਸਕੂਲ ਦੇ ਨਾ ਪਲੇਗਰਾਉਂਡ ਤੋਂ ਸਾਹਮਣੇ ਨਜ਼ਰ ਆਉਂਦਾ ਹੁੰਦਾ ਸੀ ਉੱਤੇ, ਤੇ ਮੈਂ ਉੱਥੇ ਲੋਹੇ ਦੀ ਜਾਲੀ ਲੱਗੀ ਹੁੰਦੀ ਸੀ ਕਿ ਬਈ ਕੋਈ ਬੱਚੇ ਨਾ ਬਾਹਰ ਕੁੱਦ ਜਾਣ ਜਾਂ ਕੋਈ ਜਾਨਵਰ, ਜੰਗਲੀ ਜਾਨਵਰ ਨਾ ਆ ਜਾਵੇ। ਪਹਾੜਾਂ ਦੇ ਵਿੱਚ ਇਸ ਤਰ੍ਹਾਂ ਹੀ ਹੁੰਦਾ ਨਾ, ਤੁਹਾਡੇ ਫੌਕਸਿਸ ਵਗੈਰਾ ਉੱਥੇ ਤੁਰੇ ਫਿਰਦੇ ਨੇ। ਤੇ ਮੈਂ ਉੱਥੋਂ, ਸਲਮਾਨ ਸਾਹਿਬ, ਅੱਜ ਵੀ ਯਾਦ ਕਰਨੀ ਹੈ, ਇੰਨੀ ਪੁਰਾਣੀ ਗੱਲ ਤੁਸੀਂ ਯਾਦ ਕਰਾਈ ਹੈ, ਕਿ ਉਹ ਕੁਫਰੀ ਦੀਆਂ ਪਹਾੜੀਆਂ ਦੇ ਥੱਲੇ ਉਹ ਸੜਕ ਜਿਹੜੀ ਵੱਲਦੀ ਆਂਦੀ ਸੀ ਨਾ, ਉੱਥੋਂ ਜਿਹੜੀ ਗੱਡੀ ਲੰਘਣਾ, ਮੇਰੇ ਦਿਲ ਨੇ ਇਹੀ ਦੁਆ ਮੰਗਣੀ ਕਿ ਮੇਰੇ ਪੇਰੈਂਟਸ ਆਂਦੇ ਹੋਣ ਮੈਨੂੰ ਲੈਣ ਵਾਸਤੇ। ਬੜਾ ਸੀਨ ਹੋਣਾ ਨਾ, ਬੜਾ ਰੋ ਕੇ ਅੱਖਾਂ ਸੁਜਾ ਲੈਣੀਆਂ, ਔਰ ਇੰਨਾ ਰੋਣਾ ਕਿ ਬੋਲਿਆ ਨਾ ਜਾਣਾ। ਲੇਕਿਨ ਮੈਨੂੰ ਔਰ ਮੈਂ ਆਪਣੇ ਪੇਰੈਂਟਸ ਨੂੰ ਦੱਸਣਾ ਵੀ ਨਾ, ਕਿਉਂਕਿ ਮੈਨੂੰ ਪਤਾ ਸੀ ਕਿ ਮੇਰੀ ਮੰਮਾ ਵੈਸੇ ਹੀ ਬੜਾ ਪਰੇਸ਼ਾਨ ਹੁੰਦੇ ਆ ਨਾ ਮੈਨੂੰ ਯਾਦ ਕਰਕੇ। ਉਹ ਵੈਸੇ ਅੰਮ੍ਰਿਤਸਰੀ ਪੇਰੈਂਟਸ ਸਾਡੇ?
ਹਾਂਜੀ ਉਹ ਮੈਂ ਤੇ ਹੁਣ ਸ਼ਾਦੀ ਤੋਂ ਬਾਅਦ ਆਸਟ੍ਰੇਲੀਆ ਆ ਗਈ, ਮੇਰੀ ਸਿਸਟਰ ਮੇਰੇ ਤੋਂ ਹਾਂ ਪਹਿਲੇ ਇੱਥੇ ਪੜ੍ਹਨ ਆਈ ਹੈ, ਸੋ ਉਹ ਆਉਂਦੇ ਅੱਛਾ ਰਹਿੰਦੇ, ਉਹ 6 ਮਹੀਨੇ ਸਾਡੇ ਕੋਲ ਰਹਿੰਦੇ ਨੇ ਮੇਰੇ ਪੇਰੈਂਟਸ ਆਸਟ੍ਰੇਲੀਆ 'ਚ। ਅੰਮ੍ਰਿਤਸਰ ਕਿੱਥੇ ਅੰਮ੍ਰਿਤਸਰ ਜੀ ਅਸੀਂ ਮਜੀਠਾ ਰੋਡ ਰਹਿੰਦੇ ਆ, ਮਜੀਠਾ ਰੋਡ, ਕਿਤੇ ਸੌਰੀ ਸਾਡੀ ਆਵਾਜ਼ ਕੱਟ ਗਈ। ਅੰਮ੍ਰਿਤਸਰ ਮਜੀਠਾ ਰੋਡ, ਮਜੀਠਾ, ਅੱਛਾ ਅੱਛਾ ਅੱਛਾ। ਮਜੀਠਾ ਰੋਡ। ਲੇਕਿਨ ਸਾਡਾ ਜਿਹੜਾ ਘਰ ਹੈਗਾ ਸਾਡਾ ਐਂਸੈਸਟਰਲ ਘਰ, ਬਿਕਾਜ਼ ਆਰ ਫੈਮਿਲੀ ਇਜ਼ ਫਰਮ ਗੁਜਰਾਂਵਾਲਾ। ਅੱਛਾ अच्छा अच्छा अब हेलो आवाज आ रही है ਜੀ ਬਿਲਕੁਲ ਬਿਲकुल। अच्छा अच्छा ਸੋ अच्छा ਤੇ ਸਾਡੀ ਇਹ ਹਾਲ ਤੋਂ ਕਿੰਨੀ ਦੂਰ ਹੈ ਕਿੱਥੋਂ ਜੀ? ਹਾਲ ਬਾਜ਼ਾਰ ਤੋਂ ਉਹ 10-12 ਮਿੰਟ, 5 ਕਿਲੋਮੀਟਰ ਵੀ ਨਹੀਂ ਹੈਗਾ, 3-4 ਕਿਲੋਮੀਟਰ। अच्छा 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 ਤੇ ਸਾਡਾ सही ਜਿਹੜਾ है ਪੁਸ਼ਤੈਨੀ ਘਰ ਹੈ ਨਾ ਜੀ, ਜਦੋਂ ਗੁਜਰਾਂਵਾਲਾ हम्म, ਤੋਂ ਸਾਡੀ ਫੈਮਿਲੀ ਮੂਵ ਕੀਤੀ ਹੈ 47 ਚ हाँ ਅੰਮ੍ਰਿਤਸਰ, ਤੇ ਉਹ ਹਾਲ ਬਾਜ਼ਾਰ ਤੋਂ ਥੋੜਾ ਹੀ ਕੋਲ ਹੀ ਹੈ, ਜਿੱਥੇ ਕਟਰਾ ਕਰਮ ਸਿੰਘ, ਜਿੱਥੇ ਸਾਡਾ ਘਰ ਹੈਗਾ ਦਰਬਾਰ सही ਸਾਹਿਬ ਦੇ है ਕੋਲ। ਹਾਂ ਸਹੀ ਹੈ ਅੱਛਾ ਤੇ ਤੁਸੀਂ ਆਪਣਾ ਕੈਰੀਅਰ ਜਰਨਲਿਜ਼ਮ ਚ ਕਿਸ ਤਰ੍ਹਾਂ ਆਇਆ ਤੁਸੀਂ I mean ਜਦੋਂ ਤੁਸੀਂ ਬੋਰਡਿੰਗ ਸਕੂਲ ਖਤਮ ਹੋਇਆ ਤੇ ਯੂ ਆਲਵੇਜ਼ ਹੈਡ ਯੂ نو a thing for journalism or how did it No, happen no. I wanted to be everything. But because people thought that, I was confident and tall and ਅੰਗਰੇਜ਼ੀ ਵੀ ਵਧੀਆ ਬੋਲਦੀ ਸੀ, ਔਰ ਸਾਰਾ ਕੁਝ ਡਿਬੇਟਸ ਚ, ਡੈਕਲੇਮੇਸ਼ਨਸ ਚ ਅੱਛੀ ਪੋਜੀਸ਼ਨਸ ਆਉਂਦੀਆਂ ਸੀ। ਸਾਰੇ ਚਾਹੁੰਦੇ ਸੀ ਕਿ ਬਈ ਸ਼ੀ ਸ਼ੁਡ ਬਿਕਮ ਅ ਕਾਪ, ਪੁਲਿਸ ਆਫਿਸਰ, ਇਹਨੂੰ ਅੱਛਾ ਇੰਡੀਅਨ ਪੁਲਿਸ ਸਰਵਿਸ ਚ ਜਾਂ ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸ ਚ ਜਾਣਾ ਚਾਹੀਦਾ। ਸੋ ਉਸਦਾ ਬੜਾ ਸਹੀ ਪ੍ਰੈਸ਼ਰ ਸੀ ਮੇਰੇ ਉੱਤੇ। ਤੇ ਉਹ ਤੁਹਾਡੀ ਫੈਮਿਲੀ ਬਦਕਿਸਮਤੀ ਮੇਰੀ ਹੈ ਇਹਦੇ ਕਿ ਚ ਮੈਂ ਸੀ ਪੜ੍ਹਾਈ ਚ ਵੀ, ਗਵਰਨਮੈਂਟ ਚ ਸੀ ਤੁਹਾਡੀ ਫੈਮਿਲੀ ਹਾਂਜੀ ਹਾਂਜੀ ਤਕਰੀਬਨ ਸਾਰੇ ਹੀ, ਮੇਰੇ ਫਾਦਰ ਵਾਲੀ ਸਾਈਡ ਤੋਂ ਤੇ ਤਕਰੀਬਨ। ਉਹ ਉਤੋਂ ਪ੍ਰੈਸ਼ਰ ਦਾ ਕਾਰਨ ਇਹ ਕਿ ਮੈਂ ਪੜ੍ਹਾਈ 'ਚ ਵੀ ਬਦਕਿਸਮਤੀ ਨਾਲ ਬਹੁਤ ਚੰਗੀ ਸੀ, ਮੇਰੇ ਨੰਬਰ ਬਹੁਤ ਆਉਂਦੇ ਸੀ। ਅੱਛਾ ਲੇਕਿਨ ਇਹ ਜੀ ਇੱਕ ਬਦਕਿਸਮਤੀ ਤੇ ਕੋਈ ਸਾਨੂੰ ਵੀ ਭੇਜ ਦਿਓ ਉਹ ਲੇਕਿਨ ਉਹ ਮਜ਼ੇ ਦੀ ਗੱਲ ਇਹ ਹੈ that because I was and I still am so naughty, ਬੈਕ ਬੈਂਚਰ ਪਰਮਾਨੈਂਟ, ਆਪਣੀ ਸੀਟ ਲਾਸਟ ਵਾਲੀ ਸੀ, ਪਿੱਛੋਂ ਚੌਕ ਮਾਰਨੇ, ਉਹ ਚਿੱਟਾਂ ਮਰੋੜ ਮਰਾੜ ਕੇ ਮਜ਼ਾਕ ਚੁਟਕਲੇ ਲਿਖ ਕੇ ਭੇਜਣੇ ਫਰੈਂਡਸ ਇਹ ਨੂੰ, ਹੈ ਨਾ। ਅੰਮ੍ਰਿਤਸਰ ਦੀਆਂ ਸਾਰੀਆਂ ਕੁੜੀਆਂ ਹੀ ਇਹੋ ਜਿਹੀਆਂ ਕਿ ਸਿਰਫ ਤੁਸੀਂ ਸਪੈਸ਼ਲ ਜਦੋਂ ਮੈਂ ਕੁੜੀਆਂ ਵੀ ਲੱਭੀਆਂ ਤਾਂ ਸਾਰੀਆਂ ਐਸੇ ਤਾਂ ਕਰਦੀਆਂ ਸੋ ਸ਼ਰਾਰਤਾਂ ਕਰਨਾ, ਪਿੱਛੋਂ ਗਾਣੇ ਗਾਣੇ, ਕੋਈ ਬਿੱਲੀਆਂ ਦੀਆਂ ਆਵਾਜ਼ਾਂ ਕੱਢਣੀਆਂ ਇਸ ਤਰ੍ਹਾਂ, ਤੇ ਉਹ ਦੂਸਰੇ ਦੀ ਅਟੈਂਡੈਂਸ ਲਵਾ ਦੇਣੀ, ਤੇ ਆਪ ਉਹ ਹੈ ਹੀ ਨਹੀਂ, ਇਸ ਤਰ੍ਹਾਂ ਕਰਕੇ। ਸੋ ਉਸ ਚੱਕਰ 'ਚ ਮਾਰਕਸ ਥੋੜੇ, ਮਤਲਬ ਉਸਦੇ ਬਾਵਜੂਦ ਮਾਰਕਸ ਅੱਛੇ ਆ ਜਾਂਦੇ ਸੀ। ਸੋ ਟੀਚਰਸ ਨੇ ਕਹਿਣਾ ਕਿ ਬਈ ਇਹ ਪੜ੍ਹਦੀ ਤੇ ਹੈ ਨਹੀਂ, ਤੇ ਨੰਬਰ ਕਿੱਥੋਂ ਲਿਆਂਦੀ ਹੈ, ਇਹ ਨਾ ਨਕਲ ਮਾਰਦੀ ਹੈ। ਅੱਛਾ ਮੇਰੇ 2 ਸੀਨੀਅਰਸ ਨੂੰ ਇੱਕ ਵਾਰ ਘਰ ਭੇਜਤਾ ਕਿ ਇਹਦੇ ਪੇਰੈਂਟਸ ਨੂੰ ਮਿਲ ਕੇ ਆਓ, ਤੇ ਉਹਨਾਂ ਨੂੰ ਕਹੋ ਵੀ ਇਹ ਪੜ੍ਹਦੀ ਕਦੋਂ ਹੈ। ਉਹ ਕਹਿੰਦੇ ਜੀ ਘਰ ਵੀ ਖੇਡਦੀ ਰਹਿੰਦੀ ਹੈ ਤੇ ਪੜ੍ਹਦੀ ਨਹੀਂ, ਤੇ ਇਹ ਨਾ ਕੋਈ ਚੀਟਿੰਗ ਕਰਦੀ। ਕਹਿੰਦੇ ਨਹੀਂ, ਇਹੋ ਜਿਹੀ ਨਹੀਂ ਹੈਗੀ, ਚੀਟਿੰਗ ਵਾਲਾ ਨਹੀਂ ਹਿਸਾਬ ਹੈ, ਬਸ ਬੋਲਣ ਚਾਲਣ ਚ ਹੀ ਤੇਜ਼ ਹੈ। ਸਹੀ ਹੈ So, but then they would say that if you study for like, the last few days in a year and you get 85, 80, above 80% marks, imagine if you studied all through the year, then koi piche nahi chhad sakta. ਇਹੀ ਕਹਿੰਦੇ ਨੇ ਇਹ ਪਾਕਿਸਤਾਨ ਦੇ ਸਾਰੇ ਪੇਰੈਂਟਸ ਇਹੀ ਕਹਿੰਦੇ ਤੂੰ ਇੰਨਾ ਕਰ ਲੈਂਦੇ ਹੋ ਤੂੰ ਥੋੜਾ ਜਿਹਾ ਹੋਰ ਪੜ੍ਹ ਲੈ, ਦੇਖ ਕਿੱਥੇ ਪਹੁੰਚ ਜਾਓ। ਉਹ ਇਸ ਤਰ੍ਹਾਂ ਹੀ ਹੈ ਜੀ। ਉਹ ਮੈਨੂੰ ਮੇਰੇ ਹਸਬੈਂਡ ਇੱਕ ਦਿਨ ਕਹਿੰਦੇ कि आपके तो दांत बड़े छोटे छोटे हैं, अच्छे, वो लड़की के देखो कितने बड़े बड़े दांत है, आपने फिल्मों में क्यों नहीं ट्राई किया? मैं कहा दीपिका पादुकोण का फेल थोड़ी कराना था हमने। ਉਹਨੇ ਕੁੜੀ ਨੇ ਬੜਾ ਵੈਸੇ ਅੱਛਾ ਅੰਮ੍ਰਿਤਸਰੀ ਕੁੜੀ ਦਾ ਪੋਰਟਰੇ ਕੀਤਾ, ਤਪਸੀ ਪੰਨੂ ਨੇ ਇੱਕ ਫਿਲਮ ਆਈ ਸੀ ਮਨ ਮਰਜ਼ੀਆਂ, ਦੇਖੀ ਜੇ? नहीं मैं नहीं देखी। अच्छा ਅੱਛਾ ਉਹ ਅੰਮ੍ਰਿਤਸਰ ਚ ਸ਼ੂਟ ਹੋਈ ਹੈ ਫਿਲਮ, ਤੇ ਉਹ ਅੰਮ੍ਰਿਤਸਰ ਦੀ ਕੁੜੀ ਬਣੀ ਐ, ਇਸ ਤਰ੍ਹਾਂ ਹੀ ਬੜੀ ਦਬੰਗ ਕਿਸਮ ਦੀ ਕੁੜੀ, ਯਾਨੀ ਕਿ ਸ਼ਰਾਰਤਾਂ ਕਰਦੀ ਹੈ, ਹਾਕੀ ਖੇਡਦੀ ਹੈ, ਤੇ ਹਾਕੀ ਖੇਡਦੀ ਹੈ, ਸ਼ਰਾਰਤਾਂ ਕਰਦੀ ਹੈ, ਮੋਟਰਸਾਈਕਲ ਚਲਾ ਕੇ ਕਦੀ ਕਿਤੇ ਛੱਤਾਂ ਟੱਪ ਕੇ ਜਾ ਰਹੀ ਹੈ। ਬੜਾ ਤੁਸੀਂ ਦੇਖਣਾ, ਤੁਹਾਨੂੰ ਯੂ ਵਿਲ ਬੀ ਏਬਲ ਟੂ ਰਿਲੇਟ ਟੂ ਇਟ। ਕੀਤਾ ਸਕੂਟਰ ਤੇ, ਤੁਹਾਨੂੰ ਪਤਾ ਹੀ ਹੈ, ਯੂ ਬੀਨ ਟੂ ਇੰਡੀਆ ਸੈਵਰਲ ਟਾਈਮ, ਸਾਡੇ ਪੰਜਾਬ 'ਚ ਤੇ ਲੇਡੀਜ਼ ਔਰ ਕੁੜੀਆਂ ਔਰ ਆਂਟੀਆਂ ਬੁੱਢੀਆਂ ਸਭ ਸਕੂਟਰ ਚਲਾਉਂਦੀਆਂ ਨੇ, 2 ਵੀਲਰ। ਤੇ ਅਸੀਂ ਮਤਲਬ ਐਸ ਸੂਨ ਐਜ਼ ਆਈ ਟਰਨਡ 16 ਮੇਰਾ ਲਰਨਰਸ ਲਾਇਸੈਂਸ ਬਣ ਗਿਆ ਸੀ, ਤੇ ਮੈਂ ਸਕੂਲ ਉਹਦੇ ਤੇ ਹੀ, ਫਿਰ ਜੋ ਰਿਮੇਨਿੰਗ ਪਾਰਟ ਆਫ ਮਾਈ ਸਕੂਲਿੰਗ ਆਈ ਡਿਡ ਇਨ ਅੰਮ੍ਰਿਤਸਰ, ਦ ਲੈਟਰ ਪਾਰਟ। ਸੋ ਉਸ ਵਿੱਚ ਜਾਣਾ ਸੀ, ਤੇ ਛੱਤਾਂ ਟੱਪਣੀਆਂ ਔਰ ਪਤੰਗਾਂ ਉਡਾਣੀਆਂ, ਔਰ ਇਹੋ ਕੰਮ ਕੀਤੇ ਨੇ। ਤੇ ਜਰਨਲਿਜ਼ਮ ਕਿਸ ਤਰ੍ਹਾਂ ਫਿਰ ਸਟਾਰਟ ਹੋਇਆ? ਉਹ ਜਰਨਲਿਜ਼ਮ ਇਸ ਤਰ੍ਹਾਂ ਜੀ ਕਿ ਮੈਂ ਗ੍ਰੈਜੂਏਸ਼ਨ ਤੇ ਕੀਤੀ ਸੀ ਕੰਪਿਊਟਰ ਸੌਫਟਵੇਅਰ ਐਪਲੀਕੇਸ਼ਨਸ ਐਂਡ
ਕੰਪਿਊਟਰ ਸੌਫਟਵੇਅਰ ਇੰਜੀਨੀਅਰਿੰਗ ਐਂਡ ਕੰਪਿਊਟਰ ਐਪਲੀਕੇਸ਼ਨਸ ਚ। ਅੱਛਾ। ਹਾਂਜੀ, ਤੇ ਉਹ ਉਸ ਤੋਂ ਬਾਅਦ ਪ੍ਰੈਸ਼ਰ ਜਿਹੜਾ ਬਿਲਡ ਹੋਣਾ ਸ਼ੁਰੂ ਹੋਇਆ ਕਿ ਬਈ ਸਿਵਲ ਸਰਵਿਸਿਜ਼ ਦੇ ਇਮਤਿਹਾਨ ਦੀ ਤਿਆਰੀ ਕਰੋ। ਉਹ ਫਿਰ ਉਦੋਂ ਤੱਕ ਮਾਈ ਫਾਦਰ ਸਟਾਰਟਡ ਹਿਸ ਕਰੀਅਰ ਐਜ਼ ਅ ਜਰਨਲਿਸਟ ਐਜ਼ ਵੈਲ, ਬਟ ਉਹ ਲੇਟ 70s ਦੇ ਵਿੱਚ ਜਰਨਲਿਜ਼ਮ ਚ ਪੈਸੇ ਪੂਸੇ ਤੇ ਹੈਗੇ ਨਹੀਂ ਸੀਗੇ। So he gave up and he joined the central government. ਤੇ ਉਸ ਤੋਂ ਬਾਅਦ ਇਹ ਹੋਇਆ ਕਿ ਉਹ ਪ੍ਰੈਸ਼ਰ ਐ ਸੀ ਕਿ ਸਿਵਲ ਸਰਵਿਸਿਜ਼ ਦਾ ਇਮਤਿਹਾਨ ਦਿਓ, ਤੇ ਸਾਡੇ ਅੰਦਰ ਇਹ ਬੜਾ ਸੀ ਕਿ ਯਾਰ ਸਿਵਲ ਸਰਵਿਸਿਜ਼ ਚ ਨਾ ਦੋ ਨੁਕਸਾਨ ਨੇ। ਇੱਕ ਤਾਂ ਤੁਸੀਂ ਆਪ ਜਿੰਨੇ ਮਰਜ਼ੀ ਇਮਾਨਦਾਰ ਹੋ, ਤੁਹਾਡੇ ਉੱਪਰ ਔਰ ਥੱਲੇ ਵਾਲਾ ਬੰਦਾ ਤੁਹਾਨੂੰ ਇਮਾਨਦਾਰ ਰਹਿਣ ਨਹੀਂ ਦਿੰਦਾ। ਸਹੀ। ਔਰ ਦੂਸਰਾ ਸਾਫ਼ ਗੋਈ ਵਾਲਾ ਬੰਦਾ ਜੋ ਕਿ ਆਪਣੀ ਨੇਚਰ ਹੈਗੀ ਹੈ, ਉਹ ਜ਼ਿਆਦਾ ਅੱਗੇ ਤੱਕ ਨਹੀਂ ਜਾ ਸਕਦਾ, ਕਿਉਂਕਿ ਸਾਡੇ ਵਰਗੇ ਨੇ ਤਾਂ ਸਾਹਮਣੇ ਸਿੱਧਾ ਕਹਿ ਦੇਣਾ ਕਿ ਬਈ ਇਹ ਤੁਸੀਂ ਗਲਤ ਕਰਦੇ ਪਏ। ਹਾਂ ਬਿਲਕੁਲ ਸਹੀ, ਬਿਲਕੁਲ ਸਹੀ, ਰਹਿ ਨਹੀਂ ਸਕਦੇ। ਸੋ ਫਿਰ ਮੈਂ ਕਿਹਾ ਯਾਰ ਆਪਣੇ ਲਈ ਸ਼ਾਇਦ ਥੋੜਾ ਪ੍ਰੋਫੈਸ਼ਨ ਉਹੀ ਠੀਕ ਹੈ ਜਿਹਦੇ ਵਿੱਚ ਤੁਸੀਂ ਇੰਪੈਕਟ ਵੀ ਯੂ ਕੈਨ ਮੇਕ ਐਨ ਇੰਪੈਕਟ ਇਨ ਸੋਸਾਇਟੀ ਐਂਡ you reach a position ਜਿੱਥੇ ਤੁਹਾਨੂੰ ਚਾਪਲੂਸੀ ਜਾਂ ਕਹਿ ਲਓ ਜੀ ਹਜ਼ੂਰੀ ਕਰਨ ਦੀ ਜ਼ਰੂਰਤ ਹੀ ਨਹੀਂ। ਜਰਨਲਿਜ਼ਮ ਹੀ ਹੈ ਜੇ ਸਹੀ ਤਰੀਕੇ ਨਾਲ ਕਰੋ ਤੇ ਜਿੰਨਾ ਕੁ ਮਾਹੌਲ ਇਜਾਜ਼ਤ ਦਿੰਦਾ। My first job was with Business Standard ਅਖਬਾਰ ਹੈਗਾ ਅੰਗਰੇਜ਼ੀ ਦਾ, ਬਿਜ਼ਨਸ ਦਾ ਨਿਊਜ਼ਪੇਪਰ ਹੈ ਇੰਡੀਆ 'ਚ, ਔਰ ਉਹ ਬੜਾ ਆਈ ਵਾਜ਼ ਵੈਰੀ ਵੈਰੀ ਲੱਕੀ ਕਿ ਮੇਰੀ ਕੈਂਪਸ ਪਲੇਸਮੈਂਟ ਹੋਈ ਸੀਗੀ। ਮੈਂ ਇੰਡੀਅਨ ਇੰਸਟੀਚਿਊਟ ਆਫ ਮਾਸ ਕਮਿਊਨੀਕੇਸ਼ਨ ਹੈਗਾ, ਇਟ ਇਜ਼ ਅ ਪ੍ਰੀਮੀਅਰ ਜਰਨਲਿਜ਼ਮ ਸਕੂਲ ਇਨ ਇੰਡੀਆ, ਸਭ ਤੋਂ ਵਧੀਆ ਮੰਨਿਆ ਜਾਂਦਾ, ਗਵਰਨਮੈਂਟ ਦਾ ਹੈ ਔਰ ਡੀਮਡ ਯੂਨੀਵਰਸਿਟੀ ਹੈ। ਉਸ ਟਾਈਮ ਤੇ 120 ਸਟੂਡੈਂਟ ਉਹ ਲੈਂਦੇ ਹੁੰਦੇ ਸੀਗੇ। ਮੈਂ ਗੱਲ ਕਰ ਰਹੀ ਹਾਂ 2001 ਦੀ। 25-30 ਹਜ਼ਾਰ ਐਪਲੀਕੇਸ਼ਨਸ ਉਸ ਸਾਲ ਆਈਆਂ ਸੀ ਜਿਸ ਸਾਲ ਮੈਂ ਅਪਲਾਈ ਕੀਤਾ ਸੀ, ਹੁਣ ਮੈਨੂੰ ਨਹੀਂ ਪਤਾ। ਤੇ ਉਹਦੇ ਵਿੱਚ ਉਹ ਇਸ ਤਰ੍ਹਾਂ ਹੈ ਕਿ ਉਹ ਮਿਨਿਸਟਰੀ ਆਫ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਦੇ ਅੰਡਰ ਹੀ ਡਾਇਰੈਕਟ ਆਉਂਦਾ ਹੈ। ਸੋ ਹਾਈਲੀ ਸਬਸਿਡਾਈਜ਼ਡ ਐਜੂਕੇਸ਼ਨ ਹੁੰਦੀ ਹੈ ਕਿਉਂਕਿ ਸਰਕਾਰ ਦਾ। ਤੇ ਉਹਦੇ ਵਿੱਚ ਕੈਂਪਸ ਪਲੇਸਮੈਂਟ ਹੋਈ ਸੀ ਬਿਜ਼ਨਸ ਸਟੈਂਡਰਡ 'ਚ। ਤੇ ਗੁੱਡ ਥਿੰਗ ਵਾਜ਼ ਕਿ ਬਿਜ਼ਨਸ ਸਟੈਂਡਰਡ 'ਚ ਵੀ ਮੇਰੀ ਜਿਹੜੀ ਪਹਿਲੀ ਨੌਕਰੀ ਲੱਗੀ ਸੀ ਨਾ, ਮਤਲਬ ਨੌਕਰੀ ਐਜ਼ ਇਨ ਮੇਰੀ ਪਹਿਲੀ ਡਿਊਟੀ ਜਿਹੜੀ ਲੱਗੀ ਸੀ, ਉਹ ਉਸ ਡਿਪਾਰਟਮੈਂਟ 'ਚ ਲੱਗੀ ਸੀ ਜਿਹਨੂੰ ਫਾਈਨੈਂਸ਼ੀਅਲ ਟਾਈਮਸ ਆਫ ਲੰਡਨ ਰਨ ਕਰਦਾ ਸੀ। ਔਰ ਉਹ ਇੰਡੀਆ ਦੇ ਵਿੱਚ ਮੀਡੀਆ ਦੇ ਵਿੱਚ ਪਹਿਲੀ ਫੋਰਨ ਡਾਇਰੈਕਟ ਇਨਵੈਸਟਮੈਂਟ ਸੀ। ਅੱਛਾ, ਫਰਸਟ FDI ਸੀ। ਤੇ ਉਹ ਇਫੈਕਟਿਵਲੀ ਤੁਸੀਂ ਕਹਿ ਸਕਦੇ ਹੋ ਕਿ ਮੇਰਾ ਇੱਕ ਤਰੀਕੇ ਨਾਲ ਜਰਨਲਿਜ਼ਮ ਜਿਹੜਾ ਹੈ ਉਹ ਫਾਈਨੈਂਸ਼ੀਅਲ ਟਾਈਮਸ ਨਾਲ ਚਾਲੂ ਹੋਇਆ ਸੀ। ਬਿਕਾਜ਼ ਅਸੀਂ ਉਹਨਾਂ ਦੇ ਕੋਲੋਂ ਐਡੀਟਿੰਗ ਉਦੋਂ ਸਿੱਖੀ, ਸਬ ਐਡੀਟਿੰਗ। ਆਈ ਸਟਾਰਟਡ ਐਜ਼ ਅ ਟ੍ਰੇਨੀ ਸਬ ਐਡੀਟਰ। ਸੋ ਟ੍ਰੇਨਿੰਗ ਉਹਨਾਂ ਦੇ ਕੋਲੋਂ ਲੈ ਕੇ ਤੇ ਫਿਰ ਉਸ ਤੋਂ ਬਾਅਦ 1.5 ਮਹੀਨੇ ਬਾਅਦ ਇੰਡੀਅਨ ਐਕਸਪ੍ਰੈਸ ਦਾ ਆਫਰ ਆ ਗਿਆ ਸੀ। 1.5 ਮਹੀਨਾ ਹੀ ਸੀਗਾ। ਫਿਰ ਮੈਂ ਉੱਥੇ 10 ਸਾਲ ਕੱਟੇ। ਅੱਛਾ, I thought it was Zee. Then after 10 years of Indian Express in English print journalism, that's when I moved to Zee News and ਉੱਥੇ ਹਿੰਦੀ ਦੇ ਵਿੱਚ ਟੈਲੀਵਿਜ਼ਨ ਕੀਤਾ 2 ਸਾਲ। ਹੁਣ ਇੱਥੇ ਆਸਟ੍ਰੇਲੀਆ ਮੈਂ ਪੰਜਾਬੀ ਦੇ ਵਿੱਚ ਰੇਡੀਓ ਕਰਦੀ ਹਾਂ। ਹਾਂ ਨਹੀਂ ਉਹ ਤਾਂ ਤੁਹਾਨੂੰ ਪਤਾ। ਤੇ ਉਹ ਕਿਸ ਤਰ੍ਹਾਂ ਜਦੋਂ ਤੁਸੀਂ ਆਸਟ੍ਰੇਲੀਆ ਮੂਵ ਹੋਏ ਤੇ this was just there? I mean, like, yeah, they just started it, or it was always there? Oh no, it's been here since 1965. अच्छा। एक पब्लिक ब्रॉडकास्टर है, दुनिया दा most linguistically diverse public broadcaster है। इन्हां दे कोल they have around 70 languages, radio programs in 70 languages roughly. Very interesting. Larger than BBC actually in terms of number of languages that they cater to. हाँ जी, SBS है। और as I said, public broadcaster है, which means it's been institutionalized by an act of federal parliament. So हाँ जी, पर मैंने ਇੱਥੇ 2.25 ਸਾਲ ਹੀ ਹੋਏ ਨੇ SBS 'ਚ ਕੰਮ ਕਰਦੇ। ਉਸ ਤੋਂ हाँ जी 4 ਸਾਲ ਹੋਣ ਵਾਲੇ ਆਸਟ੍ਰੇਲੀਆ ਆਏ। ਸੋ ਪਹਿਲੇ 2 ਸਾਲ ਤੇ ਬਈ ਨਵੀਂ ਸ਼ਾਦੀ ਹੋਈ ਸੀ, ਨਵਾਂ ਮੁਲਕ, ਸਭ ਕੁਝ ਤੁਸੀਂ ਐਡਜਸਟ ਕਰਨ 'ਚ ਟਾਈਮ ਲਾ ਜਾਂਦੇ ਹੋ। ਥੋੜੀ हाँ जी ਥੋੜੀ ਦੇਰ ਵੇਲੀਆਂ ਵੀ ਮਾਰਦਾ ਬੰਦਾ। ਵੇਲੀਆਂ ਮਾਰਨ ਲਈ ਤੇ ਸਿੱਖਦਾ ਬੰਦਾ ਕਿ ਕੀ ਕਰਨਾ ਕੀ ਨਹੀਂ ਕਰਨਾ। ਉਹ ਬੜਾ ਔਖਾ ਕੰਮ ਜੇ, ਦੁਨੀਆ ਸਭ ਤੋਂ ਔਖਾ ਕੰਮ ਵੇਲੇ ਰਹਿਣਾ ਮੇਰੇ ਵਾਸਤੇ। ਅੱਜ ਕੱਲ ਸਿੱਖ ਰਹੇ ਨਾ ਲੋਕੀ, ਅੱਜ ਕੱਲ ਸਿੱਖ ਰਹੇ। ਹੁਣ ਨਹੀਂ ਲੱਗਦਾ, ਮੈਨੂੰ ਲੱਗਦਾ ਕੋਈ ਕਹੇਗਾ ਕਿ ਸਾਨੂੰ ਲੌਂਗ ਵੀਕਐਂਡ ਚਾਹੀਦਾ ਜਾਂ ਕੋਈ ਲੰਬੀ ਛੁੱਟੀ ਚਾਹੀਦੀ ਹੈ। ਸਾਰੇ ਕੰਮ ਕਰਾਓ ਸਾਡੇ ਕੋਲ। It's been a very long
It's been a long weekend that just doesn't seem to get over for many people. Yeah, it does, it does. Say ਤੁਸੀਂ ਜਦੋਂ ਮੈਂ ਕੀਤਾ ਪੰਜਾਬੀ ਦਾ ਸਟਾਰਟ ਕੀਤਾ ਆਸਟ੍ਰੇਲੀਆ ਚ ਆ ਕੇ ਤੇ did you try something new, and like what do you mostly focus on when you do your programs? ਕੀ You know, ਕਰਦੇ radio and journalism in Punjabi both were new for me because, as I said, I had always worked in English, and for 2 years So I this was had your worked first in Hindi. Punjabi. You Oh never did yes, Punjabi. I Okay, never, okay. leave alone working in Punjabi. As I said, my schooling was in Shimla, so I haven't even studied Punjabi as a formal language. But Amritsar ਦੀ ਕੁੱਟੀ ਹੈ. So all the Punjabi that I know is from, you know, it's just my oral practice. Correct. Bolan naal gal karna, because this is the language of my parents' household. Correct. और पढ़न किताबां लिटरेचर साडा पंजाबी दा जेड़ा लिटरेचर है I grew up reading Baba Bulle Shah and Waris and Sultan Bahu. ਇਹ मतलब ਤੁਹਾਨੂੰ ਅਜੀਬ ਲੱਗੇਗਾ ਪਰ ਮੈਂ 4-5 ਸਾਲ ਦੀ ਉਮਰ ਤੋਂ ਪੜ੍ਹ ਰਹੀ ਹਾਂ। ਅੱਛਾ, ਹਾਂ ਸੁਣਦੀ ਆ ਪੜ੍ਹਦੀ ਆ ਕਿਉਂਕਿ ਸਾਡੇ ਘਰ ਦਾ ਮਾਹੌਲ ਬੜਾ ਰੂਹਾਨੀ ਮਾਹੌਲ ਹੁੰਦਾ ਸੀ। ਸੋ ਮੇਰੀ ਦਾਦੀ ਨੇ ਮੈਨੂੰ ਬੜੀ ਛੋਟੀ ਉਮਰ 'ਚ ਇਹ ਸਭ ਸੁਣਾਉਣਾ ਸ਼ੁਰੂ ਕਰ ਦਿੱਤਾ। ਸੋ ਮੈਨੂੰ ਬਚਪਨ ਤੋਂ ਪਤਾ ਹੈ ਕਿ ਸੁਲਤਾਨ ਬਾਹੂ ਦੀਆਂ ਜਿਹੜੀਆਂ ਕਾਫੀਆਂ ਨੇ ਉਹ ਹੂ ਤੇ ਖਤਮ ਹੁੰਦੀਆਂ ਐਂਡ ਦੇ ਟੇਕ ਮੀ ਬੈਕ ਟੂ ਮਾਈ ਚਾਈਲਡਹੁੱਡ। ਮਤਲਬ ਮੈਨੂੰ ਉਹ ਜਗ੍ਹਾ ਉਹ ਕਮਰਾ ਵੀ ਯਾਦ ਹੈ ਜਿਸ ਕਮਰੇ 'ਚ ਅਸੀਂ ਬੈਠ ਕੇ ਸੁਣਦੇ ਹੁੰਦੇ ਸੀ ਦਾਦੀ ਕੋਲੋਂ। ਔਰ ਮੇਰੀ ਦਾਦੀ ਨੂੰ ਵੀ ਪੰਜਾਬੀ ਥੋੜੀ ਬਹੁਤ ਪੜ੍ਹਨੀ ਲਿਖਣੀ ਅੱਜ ਤੱਕ ਵੀ, God bless her, she's above 85 now, but she ਅੰਮ੍ਰਿਤਸਰ ਅੱਜ ਕੱਲ ਹਾਂਜੀ she travels between ਅੰਮ੍ਰਿਤਸਰ and ਚੰਡੀਗੜ੍ਹ। ਮੇਰੇ ਚਾਚਾ ਜੀ ਚੰਡੀਗੜ੍ਹ ਰਹਿੰਦੇ ਆ, so she travels as much as she can, and she is fit and fine. ਆਪਣਾ ਦੇਸੀ ਘਿਓ ਦਾ ਪਰੌਂਠਾ ਖਾਂਦੇ ਨੇ, ਹਾਂਜੀ ਹਾਂਜੀ, ਰੋਜ਼ ਨਾਸ਼ਤੇ 'ਚ ਉਹਦੇ ਨਾਲ ਹੀ ਠੀਕ ਰਹਿੰਦੇ ਆ। ਕੀ ਬਾਤ। ਉਹਦੇ ਨਾਲ ਜਿਹੜੇ ਨਾ ਉਹ ਕਲਪੁਰਜ਼ੇ ਚੱਲਦੇ ਰਹਿੰਦੇ ਪੰਜਾਬੀਆਂ ਦੇ, ਅੰਮ੍ਰਿਤਸਰੀਆਂ ਦੇ ਖਾਸ ਤੌਰ ਹਾਂ ਮੈਨੂੰ ਵੀ ਇਹੀ ਲੱਗਦਾ। ਮੈਂ ਮਾਰਜਰੀਨ ਬ੍ਰੈਡ ਖਾਣਾ ਸ਼ੁਰੂ ਕਰਦੇ ਤੇ ਫਾਰਗ ਹੋ ਜਾਂਦੇ। ਨਾ ਜੀ ਅਸੀਂ ਤਾਂ ਇੱਥੇ ਆਸਟ੍ਰੇਲੀਆ ਆ ਕੇ ਨਹੀਂ ਛੱਡਿਆ। ਮੈਂ ਅੱਜ ਸਵੇਰੇ ਦੇਸੀ ਘਿਓ ਬਣਾਇਆ। ਕੀ ਗੱਲਾਂ ਕਰਦੇ ਤੁਸੀਂ? ਮੈਂ ਦੇਖਿਆ ਤੁਹਾਡੀ ਪੋਸਟ, ਤੁਸੀਂ ਕੋਈ ਗੋਭੀ ਅੱਜ ਪਕਾਈ, ਸ਼ਾਇਦ ਪਤਾ ਨਹੀਂ ਕੀ ਪਕਾਇਆ ਤੁਸੀਂ। ਉਹ ਜੀ ਨਹੀਂ, ਉਹ ਨਾ ਕਿਉਂਕਿ ਇੱਥੇ ਆਸਟ੍ਰੇਲੀਆ 'ਚ ਮੈਲਬਨ 'ਚ ਅੱਜ ਕੱਲ ਸਰਦੀ ਹੈ, so you know Punjabis like to have that ਮਕਈ ਦੀ ਰੋਟੀ ਮੇਥੀ ਵਾਲੀ ਜਾਂ ਮੂਲੀ ਵਾਲੀ, ਗੋਭੀ ਵਾਲੀ। so ਉਹ ਸੀ ਤੇ ਨਾਲ when my parents were here last, so ਜਿਹੜਾ ਗਾਜਰ ਗੋਭੀ ਸ਼ਲਗਮ ਦਾ ਅਚਾਰ ਹੁੰਦਾ ਕਿਉਂਕਿ we are in the southern hemisphere, so ਇੱਥੇ winter start ਹੋਣ ਵਾਲਾ ਹੈ 1 ਜੂਨ ਤੋਂ ਹੋ ਜਾਏਗਾ। ਹਾਂਜੀ ਸਹੀ। ਸਾਡੇ ਅੱਜ 8 ਡਿਗਰੀ ਟੈਂਪਰੇਚਰ ਹੈ ਅੱਜ। ਹਾਂ ਇੱਥੇ ਤੇ 43 43 ਡਿਗਰੀ। ਮੈਂ ਪੜ੍ਹਨਾ ਪਿਆ ਸੀ ਉੱਥੇ ਅੰਮ੍ਰਿਤਸਰ ਵੀ ਕਿਸੇ ਨੇ ਲਿਖਿਆ ਸੀ 44, ਇੱਥੇ ਵੀ 43 ਹੈ 42 ਹੈ। ਹਾਂਜੀ ਉਹ ਦੇਖੋ ਨਾ, ਜੇ ਅੰਮ੍ਰਿਤਸਰ 'ਚ 44 ਹੈ ਤੇ ਲਾਹੌਰ 'ਚ 43 44 ਇਹੀ ਹੋਏਗਾ ਨਾ ਜੀ। ਇਹੀ ਹੋਏਗਾ। ਬਾਰਡਰ ਤੇ ਜ਼ਮੀਨ ਦੇ ਉੱਤੇ ਹੈ ਨਾ, ਅਸਮਾਨਾਂ 'ਚ, ਫਿਜ਼ਾ 'ਚ, ਮੌਸਮਾਂ 'ਚ ਤੇ ਨਹੀਂ ਹੈ ਨਾ। ਹਾਂ ਨਾ ਉਹ ਕੀ ਇੱਥੇ ਅੱਧਾ ਘੰਟਾ ਮੈਂ ਜਿੰਨੀ ਵਾਰੀ ਵੀ ਗਿਆ ਪਤਾ ਅੱਧਾ ਘੰਟਾ ਵੀ ਨਹੀਂ ਲੱਗਦਾ ਸਿਟੀ ਐਂਟਰ ਕਰਦੇ। ਹਾਂ ਬਿਲਕੁਲ। ਗੁਲਜ਼ਾਰ ਸਾਹਿਬ ਨੇ ਲਿਖਿਆ ਸੀ ਨਾ, ਪੰਛੀ ਨदियां पवन के झोंके, कोई सरहद ना इन्हें रोके, सरहदें इंसानों के लिए हैं, सोचो तुमने और मैंने क्या पाया इंसान होके। बिल्कुल उन्होंने क्या सी, आंखों को वीजा नहीं लगता। हाँ बिल्कुल। और मैं सूफी साहब ਤੁਹਾਨੂੰ ਦੱਸਾਂ ਕਿ ਮੈਂ ਇੰਨੇ ਸਾਲ ਦਿੱਲੀ, ਮੈਂ ਅਜੇ ਤੱਕ ਆਪਣੀ ਜ਼ਿੰਦਗੀ ਦਾ you know the longest stretch of time spent so far has been in Delhi, because I went there to do my post graduation, then I worked there, so मैं 12 ਸਾਲ ਲਗਾਤਾਰ ਦਿੱਲੀ ਰਹੀ ਹਾਂ। ਮੈਨੂੰ ਅੰਮ੍ਰਿਤਸਰ ਤੋਂ ਦਿੱਲੀ ਆਉਣ 'ਚ 15 ਦਿਨਾਂ ਬਾਅਦ I used to go back to visit my family। 15 ਦਿਨਾਂ 'ਚ ਮਤਲਬ ਮੈਨੂੰ ਦਿੱਲੀ ਆਉਣ 'ਚ ਜ਼ਿਆਦਾ ਵਕਤ ਲੱਗਦਾ ਸੀ, ਲੇਕਿਨ ਜਦੋਂ ਕਦੀ ਲਾਹੌਰ ਜਾਣਾ ਤੇ 40 ਮਿੰਟ 'ਚ ਪਹੁੰਚ ਜਾਣਾ। ਦਿੱਲੀ, ਮੈਂ ਕਿਹਾ ਦਿੱਲੀ ਦੂਰ ਹੈ। When was your first trip to Lahore? ਪਹਿਲੀ ਦਫਾ ਕਦੋਂ ਆਏ ਸੀ? What a historic moment that was, not only for me but even for Pakistan, for the history of Pakistan. The first time that I visited Pakistan was exactly a few days before General Musharraf resigned, which was August 2007. Correct. See, it was a personal visit or you came to cover that? I came to participate in a conference, and because I was gaining my foothold as a journalist specializing in India and Pakistan, so I got
I heard from my sources that he may resign soon. So मैं उस conference ਤੇ 3 ਦਿਨ ਦੀ ਸੀ ਤੇ ਮੈਂ ਫਿਰ ਆਪਣੇ ਆਫਿਸ ਵਾਲਿਆਂ ਨੂੰ ਫੋਨ ਕਰਕੇ ਕਿਹਾ ਕਿ ਮੈਨੂੰ ਤੁਸੀਂ ਨਾ 2-4-5 ਦਿਨ ਹੋਰ ਰਹਿਣ ਦੀ ਇਜਾਜ਼ਤ ਦਿਓ ਤੇ ਆਪਣਾ ਇੱਥੇ ਕੁਝ ਹੋਣ ਵਾਲਾ ਹੈ ਤੇ ਮੈਂ ਉਹਨਾਂ ਨੂੰ ਦੱਸਿਆ ਕਿ ਇਸ ਤਰ੍ਹਾਂ ਔਰ ਮੈਨੂੰ ਸਲਮਾਨ ਸਾਹਿਬ ਅੱਜ ਤੱਕ ਯਾਦ ਹੈ ਕਿ ਜਨਰਲ ਮੁਸ਼ਰਫ ਸ਼ਾਇਦ ਬਹੁਤ ਸਾਰੇ ਪਾਕਿਸਤਾਨੀਆਂ ਨੂੰ ਆਫ ਦ ਟੌਪ ਆਫ देयर हेड नहीं याद होएगा कि ਕੀ ਤਾਰੀਖ ਸੀ ਜਿਸ ਦਿਨ ਮੁਸ਼ਰਫ ਨੇ ਰਿਜ਼ਾਈਨ ਕੀਤਾ नहीं याद 18 अगस्त 2007 ਸਹੀ ਹੈ ਹੁਣ ਮੈਨੂੰ ਯਾਦ ਆ ਗਈ ਕਿਉਂਕਿ ਪਤਾ ਕਿ ਸਪੀਕਰ ਨੈਸ਼ਨਲ ਅਸੈਂਬਲੀ ਦਾ ਦਫ਼ਤਰ ਹੈ ਨਾ ਉੱਥੇ ਉਹਨਾਂ ਨੇ ਇੱਕ ਉਹਦਾ ਰੈਜ਼ਿਗਨੇਸ਼ਨ ਲੈਟਰ ਫਰੇਮ ਕਰਕੇ ਲਾਇਆ ਹੈ ਕਿ ਦਿਸ ਇਜ਼ ਦ ਫਰਸਟ ਟਾਈਮ ਕਿ ਸਪੀਕਰ ਨੂੰ ਕਿਸੇ ਆਰਮੀ ਵਾਲੇ ਨੇ ਖਤ ਲਿਖ ਕੇ ਲਿਖਿਆ ਸੀ ਕਿ ਬਈ ਅਸੀਂ ਮੈਂ ਰਿਜ਼ਾਈਨ ਕਰਨਾ ਪਿਆ ਤੇ ਫਹਿਮੀਦਾ ਮਿਰਜ਼ਾ ਸਨ ਉਸਦੇ ਸਪੀਕਰ ਨੈਸ਼ਨਲ ਅਸੈਂਬਲੀ ਤੇ ਉਹਨਾਂ ਨੇ ਉਹ ਫਰੇਮ ਕਰਕੇ ਤੇ ਆਪਣੇ ਆਫਿਸ ਚ ਲਾਇਆ ਜਿਹੜਾ ਅੱਜ ਤੱਕ ਵੀ ਲੱਗਾ ਹੈ ਹੁਣ ਮੈਨੂੰ ਨਹੀਂ ਪਤਾ ਕਿ ਇਸ ਗਵਰਨਮੈਂਟ ਚ ਲੱਗਾ ਹੈ ਕਿ ਨਹੀਂ ਲੱਗਾ ਹੈ ਲੇਕਿਨ ਉਸ ਤੇ ਲੱਗਾ ਹੈ ਸੀ ਪਿਛਲੀ ਗਵਰਨਮੈਂਟ ਤੋਂ ਮੰਗਿਆ ਮੈਂ ਇਹ ਤੁਹਾਨੂੰ ਹੁਣੇ what I'm typing is ਕਿ 2008 ਦੀ ਗੱਲ ਹੈ ਨਾ ਹਾਂ ਸੌਰੀ ਮੈਂ ਮਾਫੀ ਚਾਹਨੀ ਮੈਂ 2007 ਕਹਿ ਗਈ 2008 ਹੈ ਤੇ ਇਹ ਮੈਂ ਹੁਣੇ ਆਪਣਾ ਉਹ ਆਰਟੀਕਲ ਕੱਢਿਆ ਹੈ ਜਿਹੜਾ ਇਸਲਾਮਾਬਾਦ ਡੇਟਲਾਈਨ ਦਾ ਮੇਰਾ ਛਪਿਆ ਸੀ 18 ਅਗਸਤ 2008 17 ਨੂੰ ਰਿਜ਼ਾਈਨ ਕੀਤਾ ਸੀ ਜਨਰਲ ਮੁਸ਼ਰਫ ਨੇ ਮੈਨੂੰ ਬਾਇਲਾਈਨ ਆਪਣੀ ਦੀ ਤਾਰੀਖ ਯਾਦ ਹੈ ਨਾ ਬਿਕੋਜ਼ ਇਹ ਮੇਰੇ ਵਾਸਤੇ ਬੜੀ ਵੱਡੀ ਇੱਕ ਅਚੀਵਮੈਂਟ ਸੀ ਆਫ ਕੋਰਸ ਔਰ ਉਸ ਦਿਨ ਇੰਡੀਆ ਤੋਂ ਤੇ ਕੋਈ ਨਹੀਂ ਸੀ ਨਾ ਪਾਕਿਸਤਾਨ ਚ ਜਿਹੜਾ ਰਿਪੋਰਟ ਕਰ ਸਕਦਾ ਸਹੀ ਤੇ ਇਹ ਅੱਛਾ ਹਾਊ ਦਿਸ ਇੰਟਰਵਿਊ became even more landmark for me or rather for the Indian Express ਜਿਸ ਚ ਮੈਂ ਉਸ ਵੇਲੇ ਕੰਮ ਕਰਦੀ ਸੀ ਉਹ ਇਹ ਸੀ ਕਿ that day I traveled with Mia Nawaz Sharif who had just returned from England after signing that bond that he will not participate in the elections. Correct. I traveled and he was to go to Islamabad. And so you were on the flight from London or you were on the flight from where did you catch him in the flight? We were on the road from Raiwind to Islamabad. Acha. We drove together in his car. Yeah. Very interesting. So, how was his reaction? It was my first meeting with him, but he was really very delighted to meet someone from Amritsar, just as you are. Because Amritsar happens to be his parents' hometown as well. Of course. और ਉਹ ਵੀ ਔਰ ਉਹਨਾਂ ਦੀ ਬੇਗਮ ਸਾਹਿਬਾ ਮਰਹੂਮ ਕਲਸੂਮ ਨਵਾਜ਼ ਸਾਹਿਬਾ ਬੜੇ ਪਿਆਰੇ ਬਹੁਤ ਮੇਰੇ ਨਾਲ ਪਿਆਰ ਕਰਦੇ ਰਹੇ ਨੇ ਬੇਟਾ ਕਰਕੇ ਮੈਨੂੰ ਕਹਿੰਦੇ ਹੁੰਦੇ ਸੀ ਕਿਉਂਕਿ ਮੈਂ ਫਿਰ ਕਈ ਸਾਲ ਉਹਨਾਂ ਦੇ ਨਾਲ ਜਦੋਂ ਵੀ ਆਣਾ ਪਾਕਿਸਤਾਨ ਰਿਪੋਰਟਿੰਗ ਅਸਾਈਨਮੈਂਟਸ ਤੇ ਆਣਾ ਮੁਲਾਕਾਤਾਂ ਹੁੰਦੀਆਂ ਸੀ ਤੇ ਉਹ ਵੀ ਉਹ she is from her parents didn't come from Amritsar but Mia Saab's parents came from Amritsar. Yeah, of course. ਤੇ ਇਹ ਦੱਸਦੇ ਸੀ ਜੀ ਇਹਨਾਂ ਦਾ ਜਿਹੜਾ ਪਿੰਡ ਸੀ ਨਾ ਨਜ਼ਦੀਕ ਅੰਮ੍ਰਿਤਸਰ ਦੇ ਜਾਤੀ ਉਮਰਾ ਜਿਸ ਦੇ ਨਾਂ ਤੇ ਇਹਨਾਂ ਨੇ ਆਪਣੇ ਉਸ ਏਰੀਆ ਦਾ ਨਾਮ ਹੁਣ ਰਾਇਵਿੰਡ ਚ ਰੱਖਿਆ ਸੋ ਉਥੇ ਜਦੋਂ ਇਹਨਾਂ ਨੂੰ ਜੇ ਜੇਲ੍ਹ ਹੋਈ ਪਹਿਲੇ ਐਗਜ਼ਾਈਲ ਹੋਈ ਉਸ ਪਿੰਡ ਦੇ ਵਿੱਚ ਗੁਰਦੁਆਰਾ ਹੈਗਾ ਜਿੱਥੇ I think ਇਹਨਾਂ ਦਾ ਘਰ ਸੀ ਤੇ ਉਸ ਚ ਗੁਰਦੁਆਰਾ ਬਣ ਗਿਆ ਦਾ ਹੁਣ ਸਮਥਿੰਗ ਲਾਈਕ ਦੈਟ ਜਾਂ ਇਹਨਾਂ ਦੀ ਜ਼ਮੀਨ ਤੇ ਗੁਰਦੁਆਰਾ ਬਣਿਆ whatever ਉੱਥੇ ਗੁਰਦੁਆਰੇ ਦੇ ਵਿੱਚ ਅਰਦਾਸ ਕਰਵਾਈ ਗਈ for his well-being when he was exiled when he was first imprisoned then exiled when he then became prime minister ਹੁਣ ਜਾ ਕੇ ਉਦੋਂ ਜਦ ਉੱਥੇ ਫਿਰ ਲੰਗਰ ਲਾਇਆ ਗਿਆ ਤੇ ਇਹਨਾਂ ਨੇ ਫਿਰ ਮੈਨੂੰ ਇਹ ਵੀ ਕਿਹਾ ਸੀ ਇੱਕ ਵਾਰ ਉਸ ਤੋਂ ਬਾਅਦ ਫਿਰ ਜਦੋਂ ਇਹ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੀ ਉਹਦੇ ਤੇ ਆਏ ਨੇ ਹਲਫ ਬਰਦਾਰੀ ਤੇ ਆਏ ਨੇ ਤੇ ਇਹਨਾਂ ਨੇ ਫਿਰ ਮੇਰੀ ਮੁਲਾਕਾਤ ਹੋਈ ਸੀ ਦਿੱਲੀ ਤੇ ਇਹਨਾਂ ਕਿਹਾ ਸੀ ਕਿ ਉਸ ਪਿੰਡ ਨੂੰ ਜਾਤੀ ਉਮਰਾ ਨੂੰ ਅਸੀਂ ਗਵਰਨਮੈਂਟ ਆਫ ਇੰਡੀਆ ਨੇ ਉਸਨੂੰ ਮਾਡਲ ਵਿਲੇਜ ਡਿਕਲੇਅਰ ਕੀਤਾ ਸੀ ਤੇ ਇਹ ਕਹਿੰਦੇ ਸੀ ਕਿ ਮੈਂ ਉੱਥੇ ਨਾ ਆਪਣੇ ਦਾਦਾ ਜੀ ਦੇ ਨਾਂ ਤੇ ਫਾਰਮੇਸੀ ਖੁਲਵਾਉਣਾ ਚਾਹੁੰਦਾ ਤੇ ਉਦੋਂ ਮੋਦੀ ਗਵਰਨਮੈਂਟ ਨਵੀਂ ਆ ਰਹੀ ਸੀ ਜ਼ਾਹਿਰ ਹੈ ਉਹਨਾਂ ਦੇ ਆਪਣੇ teething troubles ਹੁੰਦੇ and they had to build their own system first and all that. I don't know what happened to that, but I do remember that he was very thoughtful in the sense that he
he was very interested in institutionalizing some service of public benefit in his granddad's name in Jati Umrah. And ਜੇ ਤੁਸੀਂ ਜਦੋਂ ਰਸਤੇ 'ਚ ਗਏ ਤਾਂ ਰਸਤੇ 'ਚ ਕੀ ਗੱਲਾਂ ਹੋਈਆਂ, ਕੋਈ ਇੰਟਰਸਟਿੰਗ ਗੱਲ ਦੱਸੋ ਸਾਨੂੰ, ਕੀ what is the ਰਸਤੇ 'ਚ ਬੜੀਆਂ ਗੱਲਾਂ ਜੀ। ਇਹ ਇੰਟਰਵਿਊ ਜਿਹੜਾ ਹੈ ਨਾ, ਮੈਂ ਹੁਣੇ ਦੇਖ ਰਹੀ ਹਾਂ ਇੰਟਰਵਿਊ ਜਿਹੜਾ ਸਾਰਾ ਹੀ ਰਸਤੇ ਦੀਆਂ ਗੱਲਾਂ ਦਾ ਸੀ। ਕਿਸ ਤਰ੍ਹਾਂ ਅਸੀਂ ਮਤਲਬ ਬੇਸਿਕਲੀ ਇੱਕ ਤੇ ਖਾਣ ਪੀਣ ਦੇ ਅਸੀਂ ਸਭ ਜਾਣਦੇ ਹਾਂ, ਬੜੇ ਸ਼ੌਕੀਨ ਨੇ। ਸੋ ਅਸੀਂ ਮੈਂ ਸਵੇਰੇ 8 ਵਜੇ ਪਹੁੰਚ ਗਈ ਉੱਥੇ ਰਾਏਵਿੰਡ ਤੇ ਆਪਣਾ ਜਦੋਂ ਅਸੀਂ ਨਿਕਲੇ ਆ ਉੱਥੋਂ ਤੇ ਪਹਿਲਾਂ ਮੈਂ ਦੇਖਿਆ ਕਿ ਗੱਡੀ ਦੀ ਬੂਟ ਦੇ ਵਿੱਚ ਏਡਾ ਵੱਡਾ ਨਾ ਪੈਕ ਖਾਣੇ ਦਾ ਰੱਖਿਆ ਗਿਆ, the first thing. And then a huge basket of fruit, very nice seasonal and unseasonal fruit. And along with that, a beautiful cask of he I don't know now, I haven't spoken him in a long time, but pehle he used to be he told me on that journey ke eh jada Saudi kahwa hai na masalyan wala, I am addicted to that. ਉਹ ਛੋਟੇ ਕੱਪਸ ਚ ਪੀਂਦੇ, ਬੜਾ ਸਟਰੋਂਗ ਹੁੰਦਾ। ਸੋ ਉਹ ਰੱਖਿਆ ਤੇ ਮੈਨੂੰ ਉਹਨਾਂ ਪੁੱਛਿਆ ਨਿਕਲਣ ਵੇਲੇ ਕਿ ਤੁਸੀਂ ਚਾਹ ਪੀਓਗੇ ਕਿ ਲੱਸੀ? ਮੈਂ ਕਿਹਾ ਜੀ ਲੱਸੀ ਪੀ ਲਾਂਗੇ। अच्छा, लस्सी मिठी पियोगे के फिक्की पियोगे, मिठी पियोगे के नमक वाली? मैं कहा जी पता नहीं, मैं की क्या याद नहीं, पता नहीं, पर मैंने नहीं याद मिठी लस्सी पीती सी। ਉਹ ਅਸੀਂ ਕਿਉਂਕਿ ਗਰਮੀਆਂ ਸੀ ਨਾ, ਅਗਸਤ ਦਾ ਮੌਸਮ ਸੀ, ਸੋ ਉਹ ਇੰਨਾ ਗਲਾਸ ਲੱਸੀ ਦਾ ਪੀ ਕੇ ਅਸੀਂ ਘਰੋਂ ਨਿਕਲੇ। ਫਿਰ ਅਸੀਂ ਰਸਤੇ 'ਚ ਗੱਲਾਂ ਬਾਤਾਂ ਹੋਈਆਂ। ਤੁਸੀਂ ਗੱਲ ਵੀ ਦੇਖੋ ਨਾ, 12 ਸਾਲ ਪੁਰਾਣੀ ਗੱਲ, ਤੁਸੀਂ ਤੇ ਮੇਰਾ ਇਮਤਿਹਾਨ ਲੈ ਰਹੇ ਹੋ, ਮੈਨੂੰ ਤਾਂ ਯਾਦ ਹੀ ਨਹੀਂ, ਮੈਂ ਪੜ੍ਹ ਕੇ ਆਉਂਦੀ। ਮੈਂ ਕਿਹਾ ਕੋਈ ਸ਼ਾਇਦ ਕੋਈ ਇਹੋ ਜਿਹੀ ਚੀਜ਼ ਯਾਦ ਹੋਵੇ ਬੰਦੇ ਨੂੰ, ਰਹਿ ਜਾਂਦੀ ਹੈ ਨਾ ਕੋਈ ਅੱਛਾ ਰਸਤੇ 'ਚ ਵਾਕਿਆ। ਮੈਂ ਸਕਰੋਲ ਕਰ ਰਹੀ ਹਾਂ ਇਹਦੇ ਵਿੱਚ ਕਿ ਕੋਈ ਗੱਲ ਐਸੀ ਹੈ ਸੀ। ਇਹ ਤਾਂ ਖੈਰ ਮੁਸ਼ਰਫ ਦੇ ਉਹਦਾ ਆਰਟੀਕਲ ਹੈਗਾ, ਲੇਕਿਨ ਮੈਨੂੰ ਇੰਨਾ ਜ਼ਰੂਰ ਯਾਦ ਹੈ ਕਿ ਅਸੀਂ ਨਾ ਜਦੋਂ, ਐਂਡ ਦਿਸ ਵਾਸ, ਰਿਮੈਂਬਰ ਦਿਸ ਇਜ਼ ਮਾਈ ਫਰਸਟ ਟ੍ਰਿਪ ਟੂ ਪਾਕਿਸਤਾਨ, ਰਾਈਟ? तो ਜਦੋਂ ਅਸੀਂ ਔਰ ਗਏ ਅਸੀਂ ਮੋਟਰਵੇ ਤੇ, ਹਾਂ ਯੈਸ, ਹੀ ਟੋਲਡ ਮੀ ਇਹ ਮੋਟਰਵੇ ਦੀ ਕਹਾਣੀ ਵੀ ਕਿਸ ਤਰ੍ਹਾਂ ਅਸੀਂ ਇਹਨੂੰ ਬਣਾਇਆ ਹੈ। ਔਰ ਇਹ ਬੜਾ ਲੰਬਾ ਪ੍ਰੋਜੈਕਟ ਹੈ, ਮੈਂ ਆਪਣੀ ਸੈਕੰਡ ਟਰਮ 'ਚ ਬਣਾਇਆ ਸੀ, ਔਰ ਬਿਕੋਜ਼ ਮੈਂ ਲੰਡਨ ਫੈਮਿਲੀ ਦਾ ਇੱਕ ਹਿੱਸਾ ਲੰਡਨ ਰਹਿੰਦਾ, ਸੋ ਅਸੀਂ ਲੰਡਨ ਦੇ ਮੋਟਰਵੇ ਤੋਂ ਇੰਸਪਾਇਰ ਹੋ ਕੇ ਬਣਾਇਆ। ਔਰ ਤੁਸੀਂ ਦੇਖੋ ਇਹਦਾ ਤੁਹਾਡੇ ਨਾਲ ਕਿੰਨਾ ਟਰੈਵਲ ਟਾਈਮ ਲਾਹੌਰ ਤੋਂ ਇਸਲਾਮਾਬਾਦ ਦਾ ਕਿੰਨਾ ਜ਼ਿਆਦਾ ਘੱਟ ਜਾਂਦਾ ਹੈ, ਐਟ ਵਾਟ ਕਾਸਟ, ਜਸਟ $2। ਮੈਨੂੰ ਉਸ ਵੇਲੇ ਲੱਗਿਆ ਇੱਕ ਸੈਕਿੰਡ 'ਚ, ਮੇਰੇ ਅੱਜ ਤੱਕ ਮੇਰੇ ਦਿਮਾਗ 'ਚ ਗੱਲ ਹੈ ਕਿ ਮੀਆਂ ਸਾਹਿਬ ਨੇ ਉਹਨੂੰ $2 ਕਿਉਂ ਕਿਹਾ। ਅਸੀਂ ਪਾਕਿਸਤਾਨ 'ਚ ਜਾ ਰਹੇ ਸੀ ਉਸ ਵੇਲੇ, he was talking to an Indian about a project inspired from the UK. Well, how come dollars? Why was he measuring it in dollars? But then it occurred to me that maybe because it's the international currency of most transactions. Yeah. Yes, most people understand the value of their currency with dollars. जी, और वो उस वेले ਮੇਰੇ ਹੁਣ ਤੇ ਮੈਨੂੰ ਯਾਦ ਨਹੀਂ, ਮੇਰੇ ਖਿਆਲ ਉਸ ਵੇਲੇ ਕੋਈ 130-40 ਰੁਪਏ ਉਸ ਦਾ ਟੋਲ ਹੈਗਾ ਸੀ, which in 2008 may have been equal to $2. correct. ਤੇ ਉਹਨਾਂ ਨੇ ਦੱਸਿਆ ਮੈਨੂੰ ਕਿ ਇਸ ਤਰ੍ਹਾਂ ਅਸੀਂ ਜਦ ਸ਼ੌਕਤ ਖਾਨਮ ਤੋਂ ਉੱਪਰੋਂ ਸਾਈਡ ਤੋਂ ਮੋਟਰਵੇ ਤੋਂ ਲੰਘਦੇ ਆ ਜਦੋਂ, ਤੇ ਉਹਨਾਂ ਮੈਨੂੰ ਦੱਸਿਆ ਕਿ ਇਹ ਇਮਰਾਨ ਖਾਨ ਦਾ ਹਸਪਤਾਲ ਹੈ। ਅੱਜ ਅੱਛਾ, ਉਸ ਵੇਲੇ ਕੋਈ ਰੈਲੇਵੈਂਸ ਨਹੀਂ ਸੀ ਇਸ ਗੱਲ ਦੀ, ਔਰ ਇਮਰਾਨ ਖਾਨ ਵੀ ਉਦੋਂ he was a struggling politician in 2008. Correct. He was always very supportive of Imran Khan. The land, Shaukat Khan's land was given by Nawaz Saab as a chief minister. And he told me, because we all know Mia Saab's love for cricket. When he mentioned Imran Khan, I remember how appreciative he was of his genius as a cricketer, and how proud he was that Imran Khan's leadership was able to get Pakistan the Cricket World Cup in 1992. And he never said a bad word about him, not at all. No, it's not in his nature. He doesn't. It's not. Yeah. And then ਅਸੀਂ ਜਦੋਂ ਗਏ ਆ ਨਾ ਜੀ, I remember when we reached Kallar Kahar. No, when we reached Chenab. ਚਨਾਬ ਵੀ ਲੰਘ ਕੇ ਜਾਂਦੇ ਹੋ, ਰਾਵੀ ਚਨਾਬ ਜੇ ਚਨਾਬ ਲੰਘੇ ਨਾ,
ਤੇ ਮੈਨੂੰ ਕਹਿੰਦੇ ਨੇ ਕਿ ਇਹ ਚਨਾਬ ਹੈ। ਅੱਛਾ, ਉਹ he was my tour guide through the trip because he knew that this is her first trip to Pakistan and she comes from Amritsar and she speaks very good Punjabi। और मैं उस दिन रिपोर्टर भी मैं सां ते फोटोग्राफर भी मैं सां। मेरे को एडा भारा कैमरा, वो कैमरे भी उदों ना बैग्स च मतलब है वड्डे वड्डे सा, ਤੇ ਉਹ ਵੀ ਮੈਂ ਕਿਸੇ ਕੋਲੋਂ ਮੰਗਵਾ ਫੜਿਆ, ਦੋਸਤ ਕੋਲੋਂ ਲਾਹੌਰ, ਸੈਫਮਾ ਵਾਲਿਆਂ ਕੋਲੋਂ ਲਾਹੌਰ ਆਫਿਸ ਤੋਂ, ਸ਼ਾਰਮਾਨ ਚ ਜਿਹੜਾ ਆਫਿਸ ਹੈ। ਤੇ ਬਿਕੋਜ਼ ਮੇਰਾ ਟ੍ਰਿਪ ਤੇ ਐਜ਼ ਆਈ ਸੈਡ ਅਨਪਲਾਨਡ ਸੀ, ਮੈਂ ਤੇ ਕਾਨਫਰੰਸ ਅਟੈਂਡ ਕਰਨ ਆਈ ਸੀ ਤੇ ਮੈਂ ਉਹਨਾਂ ਕੋਲੋਂ ਬੋਰੋ ਕੀਤਾ ਕੈਮਰਾ। ਤੇ ਉਹ ਮੈਨੂੰ ਰਸਤੇ 'ਚ ਗੱਲਾਂ ਕਰਦੇ ਜਾ ਰਹੇ ਸੀ ਤੇ ਚਨਾਬ ਜਦ ਅਸੀਂ ਪਹੁੰਚੇ ਤੇ ਮੈਨੂੰ ਕਹਿੰਦੇ ਨੇ ਕਿ ਇਹ ਚਨਾਬ ਹੈ। ਮੈਂ ਇਹਨਾਂ ਦੇ ਡਰਾਈਵਰ ਨੂੰ ਰਿਕੁਐਸਟ ਕੀਤੀ, ਮੈਂ ਕਿਹਾ ਮੈਨੂੰ ਪਤਾ ਹੈ ਮੋਟਰਵੇ ਹੈ, ਅਸੀਂ ਇੱਥੇ ਰੁਕ ਨਹੀਂ ਸਕਦੇ ਔਰ ਅਸੀਂ ਅਨਰੀਜ਼ਨੇਬਲੀ ਵੀ ਕਾਂਟ ਇਵਨ ਸਲੋ ਡਾਊਨ, ਬਟ can I take a moment to just absorb this because you know this has been part of my childhood memories, you know, folklore that I've heard from my folk songs, folklore, my grandparents। ਜਿਸ ਤਰ੍ਹਾਂ ਮੈਂ ਇਹਨਾਂ ਨੂੰ ਕਿਹਾ ਮੈਂ ਕਿ ਮੀਆਂ ਸਾਹਿਬ ਇਹ ਹੈ ਚਨਾਬ ਐਂਡ it's so huge, just expansive stretch of water। और वो बरसाती मौसम सी, अगस्त ਦੇ ਵਿੱਚ ਮੀਂਹ ਕਰਕੇ ਵਾਟਰ ਲੈਵਲ ਅੱਛਾ ਉੱਚਾ ਸੀ ਉਹਦਾ। ਉਹ ਬੜਾ ਮਤਲਬ ਖੌਫਨਾਕ ਦਰਿਆ ਹੈਗਾ, ਬੜਾ ਉਹਦੇ ਚ ਰਵਾਨੀ ਹੈ ਬਹੁਤ ਜ਼ਿਆਦਾ। ਹਾਂ ਸਹੀ। ਤੇ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਮੀਆਂ ਸਾਹਿਬ ਮੈਨੂੰ ਆਪਣੀ ਦਾਦੀ ਦੀ ਇੱਕ ਗੱਲ ਯਾਦ ਆ ਗਈ। ਮੇਰੀ ਦਾਦੀ ਅੱਜ ਵੀ ਕਹਿੰਦੀ ਹੈ, ਮੈਂ ਹੁਣ ਤੁਹਾਡੇ ਨਾਲ ਗੱਲ ਕਰਨ ਤੋਂ ਬਾਅਦ ਉਹਨਾਂ ਨੂੰ ਫੋਨ ਕਰਾਂਗੀ ਅੰਮ੍ਰਿਤਸਰ, ਅਜੇ ਵੀ ਕਦੀ ਕਹਿੰਦੇ ਨੇ ਕਿ ਨਹੀਂ ਰੀਸਾਂ ਚਨਾ ਦੀਆਂ ਭਾਵੇਂ ਸੁੱਕਾ ਹੀ ਵਗੇ, ਭਾਵੇਂ ਸੁੱਕਾ ਹੀ ਹੋਵੇ। ਦੇਖੋ ਨਾ, ਸਹੀ ਹੈ ਸਹੀ ਹੈ ਸਹੀ ਹੈ ਸਹੀ ਹੈ। That's so wonderful। So these are, you know, these are memories। And then ਇੱਕ ਹੋਰ ਮੈਂ ਲਫ਼ਜ਼ ਉਹਨਾਂ ਕੋਲੋਂ ਪਹਿਲੀ ਵਾਰ ਜਿਹੜਾ ਸਿੱਖਿਆ ਸੀ ਉਹ ਸੀ ਨੂਰਾ ਕੁਸ਼ਤੀ। ਨੂਰਾ ਕੁਸ਼ਤੀ, ਉਹ ਕੋਈ ਗੱਲ ਕਰ ਰਹੇ ਸੀ ਤੇ ਮੇਰੇ ਖਿਆਲ ਕੋਈ I don't remember ਕਿਸ ਦੇ ਕੰਟੈਕਸਟ ਚ ਸੀ, ਮੈਂ ਹੁਣ ਯਾਦ ਨਹੀਂ। ਕਹਿੰਦੇ ਜੀ ਅਸੀਂ ਕੋਈ ਨੂਰਾ ਕੁਸ਼ਤੀ ਥੋੜੀ ਕਰਨੀ ਹੈ, ਅਸੀਂ ਜਿਹੜਾ ਇਹਨਾਂ ਦੇ ਨਾਲ ਕੋਈ ਟਾਈ ਅਪ ਕਰ ਲਈਏ, ਪਤਾ ਨਹੀਂ ਸ਼ਾਇਦ ਕਾਫ ਲੀਗ ਦੇ ਨਾਲ ਸੀ ਕਿ ਕੀ ਸੀ, whatever। I think ਕਾਫ ਲੀਗ ਦੇ ਨਾਲ ਸੀ, because I asked him a question ਕਿ ਬਈ if General Musharraf resigns and there is every likelihood that there will be a prime minister from PMLQ, so why don't you, would you like to be in coalition with them? And he said ਅਸੀਂ ਕੋਈ ਨੂਰਾ ਕੁਸ਼ਤੀ ਥੋੜੀ ਕਰਨੀ ਹੈ। Exactly। So I said what? ਤੇ ਮੈਂ ਕੋਈ ਰਿਐਕਸ਼ਨ ਨਹੀਂ ਦਿੱਤਾ ਕਿਉਂਕਿ I was only 24-25 years of age at that time। ਮੈਨੂੰ ਸਮਝ ਆਈ ਨਹੀਂ, ਮੈਂ ਇੱਕ ਫਾਰਮਰ ਔਰ ਵੁੱਡ ਬੀ ਪ੍ਰਾਈਮ ਮਿਨਿਸਟਰ ਦਾ ਇੰਟਰਵਿਊ ਕਰਦੀ ਪਈ। I didn't want to look stupid। ਨਹੀਂ ਮੈਨੂੰ ਕਹਿੰਦੇ ਨੇ, ਅੱਛਾ ਬਿਕਾਜ਼ I gave a blank face ਨਾ ਨੂਰਾ ਕੁਸ਼ਤੀ, so he said ਨੂਰਾ ਕੁਸ਼ਤੀ ਸਮਝਦੇ ਹੋ ਨਾ ਤੁਸੀਂ? ਮੈਂ ਕਿਹਾ ਨਹੀਂ ਜੀ। ਕਹਿੰਦੇ ਨੇ ਤੁਹਾਡੀ ਦਾਦੀ ਨੇ ਤੁਹਾਨੂੰ ਇੰਨੀਆਂ ਗੱਲਾਂ ਸਿਖਾਈਆਂ ਨੇ ਪੰਜਾਬੀ ਦੀਆਂ, ਨੂਰਾ ਕੁਸ਼ਤੀ ਨਹੀਂ ਦੱਸੀ। ਤੇ ਮੈਂ ਅੱਗੋਂ ਕਿਹਾ ਨਹੀਂ ਸਰ, ਉਹ ਸ਼ਾਇਦ ਅਸੀਂ ਗੁਜਰਾਂ ਵਾਲੇ ਦੇ ਅਸਲੀ ਪਹਿਲਵਾਨ ਆ ਨਾ, ਅਸੀਂ ਸਾਨੂੰ ਇੱਕ ਤਰ੍ਹਾਂ ਦੀ ਕੁਸ਼ਤੀ ਆਉਂਦੀ ਹੈ। Did you ever interview Imran Khan or any other Pakistani politician? Oh yes, lots, but Imran Khan I haven't interviewed। I've met him in Delhi। I met him in Delhi। ਸਾਡੇ ਇੰਡੀਅਨ ਐਕਸਪ੍ਰੈਸ ਦੇ ਵਿੱਚ ਇੱਕ ਤੁਸੀਂ ਕਹਿ ਸਕਦੇ ਹੋ ਵੱਡੀ ਸਾਰੀ ਪੈਨਲ ਡਿਸਕਸ਼ਨ ਚ ਉਹਨਾਂ ਨੂੰ ਇਨਵਾਈਟ ਕੀਤਾ ਗਿਆ ਸੀ। ਹਾਂਜੀ, ਕਾਈਂਡ ਆਫ, ਬਟ ਇਨਫਾਰਮਲ ਟਾਈਪ। ਉਹ ਸਾਡੇ ਜਿਹੜੇ ਐਡੀਟਰ ਇੰਡੀਅਨ ਐਕਸਪ੍ਰੈਸ ਦੇ ਸੀ, ਬੜੇ ਬਹੁਤ ਮਸ਼ਹੂਰ ਮੇਰੇ ਗੁਰੂ ਵੀ ਰਹਿ ਚੁੱਕੇ ਨੇ, ਸ਼ੇਖਰ ਗੁਪਤਾ ਇੰਡੀਅਨ ਐਕਸਪ੍ਰੈਸ, ਹੁਣ ਪ੍ਰਿੰਟ ਦੇ NDTV ਤੇ ਉਹਨਾਂ ਦਾ ਇੱਕ ਪ੍ਰੋਗਰਾਮ ਆਉਂਦਾ, ਹੁਣ ਉਹ ਦ ਪ੍ਰਿੰਟ ਦੇ ਐਡੀਟਰ ਨੇ। ਮੈਂ ਬਹੁਤ ਸਿੱਖਿਆ ਉਹਨਾਂ ਦੇ ਕੋਲੋਂ ਔਰ ਮੈਨੂੰ ਬਹੁਤ ਫਾਇਦਾ ਮਿਲਿਆ ਉਹਨਾਂ ਦੇ ਨਾਲ ਕੰਮ ਕਰਕੇ, ਇਨ ਦ ਸੈਂਸ ਕਿ ਮੈਨੂੰ ਬੜਾ ਅੱਛਾ ਟ੍ਰੇਨਿੰਗ ਗਰਾਊਂਡ ਹੈ ਇੰਡੀਅਨ ਐਕਸਪ੍ਰੈਸ ਪੱਤਰਕਾਰੀ ਦੇ ਵਿੱਚ, ਜਰਨਲਿਜ਼ਮ ਦੇ ਵਿੱਚ। ਉਹੀ ਨਾ, ਜੋਤੀ ਮਲਹੋਤਰਾ ਵੀ ਉੱਥੇ ਨਾ। ਜੋਤੀ, ਹਾਂਜੀ ਜੋਤੀ ਹੁਣ ਸ਼ੀ ਇਜ਼ ਬੈਕ। ਉਹ ਪਹਿਲੇ ਵੀ ਰਹਿ ਚੁੱਕੀ, ਜੋਤੀ ਵੀ ਬਹੁਤ ਸੀਨੀਅਰ ਜਰਨਲਿਸਟ ਹੈ ਉਹ। ਪਰ ਜਦੋਂ ਮੈਂ ਜਿਹੜੇ 10 ਸਾਲ ਇੰਡੀਅਨ ਐਕਸਪ੍ਰੈਸ ਚ ਕੱਢੇ ਹੈ, ਉਦੋਂ ਜੋਤੀ ਪਹਿਲੇ ਵੀ ਨਹੀਂ ਸੀ ਔਰ ਬਾਅਦ ਚ ਵੀ ਨਹੀਂ ਸੀ। ਤੇ
ਉਹ ਸ਼ੇਖਰ ਗੁਪਤਾ ਦਾ ਇਸ ਤਰ੍ਹਾਂ ਨਾ ਕਿ ਮੈਂ ਕੀ ਗੱਲ ਕਰ ਰਹੀ ਸੀ, ਸੌਰੀ ਮੈਂ ਭੁੱਲ ਗਈ। ਇਮਰਾਨ ਖਾਨ ਜੋ ਆਏ ਥੇ ਦਿੱਲੀ, ਹਾਂ ਉਹ ਇਮਰਾਨ ਉਹਨਾਂ ਦਾ ਬੜਾ ਦੋਸਤ ਹੈ ਰਿਹਾ। So ਇਹ ਵੀ 2007-8 ਦੀ ਹੋਏਗੀ, because Imran used to come a lot to do cricket commentary in India. correct. So it's one of those trips that he happened to be in Delhi, and Shekhar invited him for an informal get together in office with all journalists to just have a cup of tea with everyone. That's the one time I met him. ਔਰ ਉਦੋਂ ਇਹ ਉਸ ਟਾਈਮ ਦੀ ਗੱਲ ਹੈ ਜਦੋਂ ਮੇਰੇ ਖਿਆਲ ਇਹਨਾਂ ਦਾ ਪੇਸ ਮਾਲ ਦਾ ਲਾਹੌਰ ਵਾਲਾ ਥੋੜਾ ਕੁਝ ਥੋੜਾ some scandal of small time scandal, ਕਹਿੰਦੇ ਕਿ ਮੈਂ I think what I remember is ਕਿ ਇਹਨਾਂ ਦਾ ਹਮੇਸ਼ਾ ਇਹ ਇੱਕ ਬਿਆਨੀਆਂ ਇਹ ਰਿਹਾ ਹੈ ਕਿ ਜੀ ਮੈਂ ਕਰਪਸ਼ਨ ਦੇ ਖਿਲਾਫ ਜਾਵਾਂਗਾ ਔਰ ਮੇਰੇ ਕੋਲ ਕਮਾਈ ਦੇ ਜਿਹੜੇ ਸੋਰਸਸ ਨੇ ਉਹ ਬੜੇ ਲਿਮਿਟਡ ਨੇ, ਮੈਂ ਤੇ ਚੰਦਾ ਇਕੱਠਾ ਕਰ ਕਰਕੇ ਹਸਪਤਾਲ ਬਣਾਇਆ ਔਰ ਪਾਰਟੀ ਉਸ ਤੋਂ ਚੱਲਦੀ ਹੈ। ਤੇ ਉਦੋਂ ਸ਼ਾਇਦ ਇਹ ਚੱਲ ਰਿਹਾ ਸੀ ਕਿ ਫਿਰ ਪੇਸ ਮਾਲ ਕਿੱਥੋਂ ਬਣ ਗਿਆ। ਇਹ ਉਸ ਟਾਈਮ ਹੀ ਮੈਂ ਉਹਨਾਂ ਨੂੰ ਪੁੱਛਿਆ ਸੀ ਕਿ ਵੀ ਤੁਹਾਡੇ ਮਾਲ ਦਾ ਇੱਕ ਬੜੀ ਕੰਟਰੋਵਰਸੀ ਚੱਲ ਰਹੀ ਹੈ ਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ? So he said, well, all the income that I get is just enough to pay the bills. So I said, well, you come to India to do these fancy commentary assignments and they don't come cheap. That's good enough to pay your bills. Yeah, of course. No, I mean, like even as a cricketer, like even after the cricket, like he was always an icon, and nothing less than film stars, right? Koi hire karna chahiye, so nothing. I'm sure they don't pay him any less than what Shah Rukh Khan is getting right now. At that time, he was as big as that. I don't know about that, but he looked every bit a film star from that meeting that I remember. ਹੁਣ ਤੇ ਉਮਰ ਦੇ ਨਾਲ ਸਭ 'ਚ ਫਰਕ ਪੈਂਦਾ, ਥੋੜੀ ਸਕਿਨ ਵਗੈਰਾ ਉਹਨਾਂ ਦੀ ਵੀ ਢਲਕ ਗਈ ਹੈ, ਲੇਕਿਨ ਉਦੋਂ ਔਰ ਫਿਟ ਉਦੋਂ ਵੀ ਉਹ ਫਿਟ ਐਜ਼ ਅ ਫਿਡਲ ਉਦੋਂ ਵੀ ਬਹੁਤ ਵਧੀਆ ਫਿਟਨੈਸ ਲੈਵਲ ਸੀ। ਦੇਖਣ 'ਚ ਲੱਗਦਾ ਸੀ ਕਿ ਇਹ ਬੰਦਾ ਸਪੋਰਟਿੰਗ ਅਰੀਨਾ ਤੋਂ ਬਾਹਰ ਹੋਇਆ ਲੇਕਿਨ ਸਪੋਰਟਸ ਤੋਂ ਬਾਹਰ ਨਹੀਂ। Disciplined, his body looked very well trained. ਚਲੋ ਸਹੀ ਹੈ, ਸਹੀ ਹੈ। ਹੁਣ ਅਗਲੀ ਦਫਾ ਕਦੋਂ ਆ ਰਹੇ ਹੋ ਪਾਕਿਸਤਾਨ? ਉਹ ਤੇ ਪਤਾ ਨਹੀਂ ਜੀ, ਹੁਣ ਤੇ ਮਾਹੌਲ ਹੀ ਪਤਾ ਨਹੀਂ, ਗੱਲਾਂ ਬਾਤਾਂ ਹੀ ਦੂਜੀਆਂ ਹੋ ਗਈਆਂ ਨੇ। ਮੈਂ ਤੇ ਸਾਲ 'ਚ 3-3 ਵਾਰ ਸਾਲ 'ਚ 3-3 ਵਾਰ ਆਂਦੀ ਹੁੰਦੀ ਸੀ। ਐਵੇਂ ਹੀ ਆ ਜਾਣਾ ਜੀ, ਬੜੀ ਦੇਰ ਹੋ ਗਈ ਹੈ, ਚਲੋ ਗੁਰਦੁਆਰੇ ਮੱਥਾ ਟੇਕ ਆਈਏ ਨਨਕਾਣੇ, ਇਸ ਤਰ੍ਹਾਂ ਹੀ ਤੁਰਦੇ ਫਿਰਦੇ ਹੀ ਆ ਜਾਣਾ, 2-4 ਦਿਨ ਲਾ ਜਾਣੇ ਬਸ। ਨਹੀਂ ਬਣਾਓ ਪ੍ਰੋਗਰਾਮ, ਹੁਣ ਆਓ ਤੁਹਾਨੂੰ ਵੀ ਅਸੀਂ ਵੂਮਨ ਔਨ ਵੀਲ ਤੇ ਸੈਰ ਕਰਾਈਏ। ਹਾਂ ਤੁਹਾਡਾ ਬਹੁਤ ਅੱਛਾ, ਇਹ ਤੁਹਾਡੇ your initiative is really highly appreciable and congratulations. It is no less than a revolution in Pakistan. ਔਰ ਤੁਹਾਡਾ ਇਹ ਹੈ ਕਿ ਮੈਂ ਤੇ ਕਿਉਂਕਿ ਪਾਕਿਸਤਾਨ ਇੰਨਾ ਜ਼ਿਆਦਾ ਟਰੈਵਲ ਕੀਤਾ, ਮੈਂ ਪਾਕਿਸਤਾਨ ਔਨ ਫੁੱਟ, ਇੱਕ ਟਾਈਮ ਸੀ ਮੈਂ ਕਹਿੰਦੀ ਸਾਂ ਕਿ ਇਹ ਇਲਾਕੇ ਨੇ ਮੇਰੇ ਪੈਰਾਂ ਦੇ ਨਾਪੇ ਹੋਏ ਆ। ਔਰ ਤੁਸੀਂ ਯਕੀਨ ਮੰਨੋਗੇ ਸੂਫੀ ਸਾਹਿਬ, ਮੈਂ ਕੋਈ ਟੈਕਸੀ ਡਰਾਈਵਰ ਨੂੰ ਜਾਂ ਕਿਸੇ ਨੂੰ ਕਈ ਵਾਰ ਲੋਕਾਂ ਨੂੰ ਭੁਲੇਖਾ ਪੈ ਜਾਣਾ, ਬਿਕਾਜ਼ ਮੇਰਾ ਨਾ ਮੈਂਟਲ GPS ਬੜਾ ਸਟਰੋਂਗ ਹੈ। ਮੈਂ 1-2 ਵਾਰ ਕਿਸੇ ਰਸਤੇ ਤੋਂ ਨਿਕਲ ਜਾਵਾਂ, ਮੇਰੇ ਦਿਮਾਗ 'ਚ ਮੈਨੂੰ ਕਿੱਥੇ ਚੱਲਣਾ, ਮੈਨੂੰ ਪਤਾ ਹੈ ਕਿੱਥੇ ਚੱਲ। ਉਹ ਮੈਨੂੰ ਕਹਿੰਦਾ ਬਾਜੀ ਤੁਸੀਂ ਇੱਥੇ ਹੀ ਰਹਿੰਦੇ ਹੋ, ਮੈਂ ਕਿਹਾ ਬਸ ਇੱਥੇ ਹੀ ਰਹਿੰਦੇ ਤੂੰ ਚੱਲ। ਮੇਰਾ ਵੀ ਕਈ ਵਾਰੀ ਦਿੱਲੀ ਅੰਮ੍ਰਿਤਸਰ ਇਹੀ ਹਾਲ ਹੁੰਦਾ, ਮੈਨੂੰ ਕਹਿੰਦਾ ਤੂੰ ਕਿਸ ਰਸਤੇ ਚੱਲਣਾ ਭਾਈ, ਇੱਧਰ ਚੱਲ, ਪਤਾ ਲੱਗ ਜਾਂਦਾ ਸਾਰੀਆਂ ਥਾਵਾਂ। ਮੈਂ ਪਰ ਮੈਨੂੰ ਨਾ ਲਾਹੌਰ ਤੇ ਬਹੁਤ ਪਸੰਦ ਹੈ। ਔਰ ਮੈਂ ਇੱਕ ਹੋਰ ਬੜੀ ਦਿਲਚਸਪ ਗੱਲ ਦੱਸਾਂ, when I first came to Pakistan on this reporting for this conference which turned into a reporting assignment of sorts, I stayed in Pakistan for like a month then. अच्छा, interesting. Because ਹੁੰਦਾ ਗਿਆ ਨਾ ਕੁਛ ਹੁੰਦਾ ਗਿਆ, ਜ਼ਰਦਾਰੀ ਸਾਹਿਬ came in and all that. So ਉਹ ਇੱਕ ਮਤਲਬ ਮੁਸ਼ਾਹਿਦ ਹੁਸੈਨ ਸਾਹਿਬ ਨੇ ਇੱਕ ਵਾਰ ਮੈਨੂੰ ਕਿਹਾ ਸੀ, ਕਹਿੰਦੇ ਵੀ ਤੂੰ ਤੇ ਕਾਰਪੇਟ ਬੋmbing ਕਰਤੀ ਖਬਰਾਂ ਦੀ, ਇੰਨੀ ਖਬਰ ਤੇ ਉਦੋਂ ਮੇਰੇ ਖਿਆਲ ਇਨਫੋਰਮੇਸ਼ਨ ਮਿਨਿਸਟਰ ਸੀਗੇ ਪਾਕਿਸਤਾਨ ਦੇ। ਉਹਨਾਂ ਨਾਲ ਵੀ he's always been in foreign relations and foreign correspondence and stuff. He's a good seasoned
ਹਾਂ ਉਹਨਾਂ ਗੁਲਸ਼ਨ ਨਾਲ ਕੌਰ ਔਰ ਉਹਨਾਂ ਦੀ ਬੇਗਮ ਸਾਹਿਬਾ ਦੁਸ਼ਕਾ, ਉਹਨਾਂ ਨਾਲ ਵੀ ਮੇਰੀ ਬੜੀ ਬੜੀ ਦੋਸਤੀ ਹੈਗੀ ਹੈ, ਅਜੇ ਤੱਕ ਹੈਗੀ ਹੈ। ਜਦੋਂ ਵਾਜਪਾਈ ਸਾਹਿਬ ਦੀ ਡੈਥ ਹੋਈ ਹੈ ਉਦੋਂ ਵੀ ਉਹਨਾਂ ਨੇ ਇੰਟਰਵਿਊ ਮੈਨੂੰ ਦਿੱਤਾ ਸੀਗਾ, ਬਿਕਾਜ਼ ਹਾਂ ਆਫ ਕੋਰਸ he was the ਲੀ ਬਸ minister in waiting in Mia Nawaz Sharif's cabinet at yeah that time yeah for yeah yeah for of Vajpayee course Saab's Lahore visit. of course when Vajpayee Sahab came to Lahore he was there to receive him in Nawaz Sahab Yeah, he was the minister in waiting for him. ਤੇ correct ਉਹ ਮੈਨੂੰ ਨਾ ਬੜੀ ਇਹ ਗੱਲ ਸੀ, ਦਿਲਚਸਪ ਗੱਲ, ਕਿ ਮੈਨੂੰ ਦੋਸਤਾਂ ਨੇ ਕਿਹਾ ਕਿ ਜੀ ਮੈਂ ਕਿਹਾ ਵੀ ਮੈਂ ਪਾਕਿਸਤਾਨ ਲਾਹੌਰ ਪਹਿਲੀ ਵਾਰ ਆਈ ਹਾਂ, ਤੇ ਪੰਜਾਬ 'ਚ ਕਹਿੰਦੇ ਨੇ ਕਿ ਜਿਸ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਹੀ ਨਹੀਂ। ਤੇ ਇਹ ਅਗਸਤ 'ਚ ਆਏ, ਤੇ ਮੈਂ ਕਿਹਾ ਜੀ ਅੱਜ ਮੈਂ ਲਾਹੌਰ ਆਈ ਹਾਂ ਤੇ ਅੱਜ ਮੈਂ ਜੰਮ ਪਈ ਹਾਂ, ਤੇ ਫਿਰ ਮੇਰੀ ਬਰਥਡੇ ਪਾਰਟੀ ਹੈ। ਬਰਥਡੇ ਪਾਰਟੀ ਹੁਣ ਅੱਜ ਤੋਂ ਮੇਰਾ ਮੀਟਰ ਚਾਲੂ ਹੋਇਆ। ਤੇ ਉਹ ਵਾਕਈ, ਔਰ ਦੋਸਤ ਵੈਸੇ ਇੱਕ ਗੱਲ ਹੈ, ਇਹ ਗੱਲ ਮੈਂ ਹਜ਼ਾਰਾਂ ਵਾਰ ਜ਼ਬਾਨੀ ਕਲਾਮੀ ਤੌਰ ਤੇ ਕਹਿ ਚੁੱਕੀ ਹਾਂ, ਲਿਖ ਵੀ ਚੁੱਕੀ ਹਾਂ, ਲੇਕਿਨ ਅੱਜ ਮੈਂ ਤੁਹਾਡੇ ਇਸ ਪਲੇਟਫਾਰਮ ਤੇ ਵੀ ਕਹਿਣਾ ਚਾਹੁੰਦੀ ਹਾਂ। ਮੇਰੇ ਜਿੰਨੇ ਸਾਨੂੰ ਇਸ ਵੇਲੇ ਦੋਸਤ ਇੰਡੀਆ ਪਾਕਿਸਤਾਨ ਦੇ ਸਾਰੇ ਸੁਣ ਰਹੇ ਹੋਣਗੇ, ਜੋ ਪਾਕਿਸਤਾਨੀਆਂ ਦੀ ਮਹਿਮਾਨ ਨਵਾਜ਼ੀ ਹੈ ਉਸਦਾ ਕੋਈ ਸਾਨੀ ਨਹੀਂ ਹੈਗਾ ਦੁਨੀਆ 'ਚ ਕਿਤੇ ਵੀ, ਕਿਤੇ ਵੀ। ਅਸੀਂ ਇੰਡੀਆ ਦੇ ਲੋਕ ਜਿਹੜੇ ਨਾ, ਅਸੀਂ ਕੋਸ਼ਿਸ਼ ਵੀ ਕਰੀਏ ਨਾ ਤੇ ਸ਼ਾਇਦ ਪਾਸ ਕੋ ਨੇੜੇ ਆ ਸਕਨੇ ਆ, ਥੋੜਾ ਜਿਹਾ ਕਰ ਸਕਨੇ ਆ ਤੁਹਾਡੇ ਲੋਕਾਂ ਵਰਗਾ। ਤੁਸੀਂ ਨਹੀਂ ਕਰ ਸਕਦੇ। ਨਹੀਂ ਇੰਡੀਆ, ਨਾਰਥ ਇੰਡੀਆ 'ਚ ਤਾਂ ਮੈਨੂੰ ਮਿਲਦੀ ਹੈ, ਮੈਨੂੰ ਬੜੀ ਮਹਿਮਾਨ ਨਵਾਜ਼ੀ ਮਿਲਦੀ ਹੈ ਨਾਰਥ ਇੰਡੀਆ, ਅੰਮ੍ਰਿਤਸਰ ਖਾਸ ਤੌਰ ਤੇ। ਅੰਮ੍ਰਿਤਸਰ ਤੇ ਲੱਗਦਾ ਹੀ ਨਹੀਂ ਬਿਲਕੁਲ ਵੀ। ਉਹ ਮੈਂ ਗਿਆ ਆਪਣੇ, ਅਸੀਂ ਪੁਰਾਣੇ ਮੇਰੇ ਦਾਦੇ ਦੇ ਘਰ ਅਸੀਂ ਗਏ ਹਾਲ ਬਾਜ਼ਾਰ ਤੋਂ, ਜਿਨ੍ਹਾਂ ਨੇ ਰੱਖਿਆ ਹੈ ਉਹਨਾਂ ਨੇ ਮੈਨੂੰ ਵਿਜ਼ਿਟ ਕਰਾਇਆ, ਸਾਰਾ ਦੇਖਿਆ। ਉਹ ਬਿਲਕੁਲ ਉਹਦੇ ਨਾਲ ਹਾਲ ਬਾਜ਼ਾਰ ਦੁਕਾਨ ਸੀ, ਘਰ ਸਾਡਾ ਸੀ ਬਿਲਕੁਲ ਤੁਹਾਡਾ ਜਿਹੜਾ ਹੈ ਨਹੀਂ ਗੁਰਦੁਆਰਾ ਗੋਲਡਨ ਟੈਂਪਲ, ਉਹਦੇ ਨਾਲ ਜਿੱਥੇ ਉਹ ਰਸਤਾ ਜਾਂਦਾ ਹਾਲ ਉਹਨੂੰ ਜਲਿਆਂਵਾਲਾ ਬਾਗ ਅੰਦਰ ਇੱਕ ਸਾਹਮਣੇ ਛੋਟੀ ਗਲੀ ਜਾਂਦੀ ਹੈ, ਉਸ ਛੋਟੀ ਗਲੀ 'ਚ ਘਰ ਸੀ। ਤੇ ਉੱਥੇ ਮੈਂ ਗਿਆ, ਹਾਂ, ਤੇ ਉਹ ਮੈਂ ਸਾਰਾ ਘਰ ਦੇਖ ਕੇ ਆਇਆ, ਤੇ ਬੜਾ ਬਿਲਕੁਲ ਮੈਨੂੰ ਬੜੀ ਅੱਛੀ ਮਹਿਮਾਨ ਨਵਾਜ਼ੀ। ਉਹ ਕੁਲਚੇ ਅਸੀਂ ਖਾਦੇ, ਉਹਨਾਂ ਦੇ ਕੁਲਚੇ ਜਰਾ ਮੁਖਤਲਿਫ ਤੁਹਾਡੇ ਜਰਾ ਹੁੰਦੇ ਨੇ ਵਿੱਚ ਭਰੇ, ਸਾਡੇ ਤਰ੍ਹਾਂ ਤਿਲ ਲਾ ਕੇ ਕਹਿੰਦੇ ਨੇ ਉਹਨੂੰ ਕੁਲਚੇ। ਹਾਂ ਤੁਹਾਡੇ ਕਸ਼ਮੀਰੀ ਕੁਲਚਾ ਹੁੰਦਾ ਨਾ, ਕਸ਼ਮੀਰੀ ਕੁਲਚਾ ਤੇ ਬੜਾ ਅੰਮ੍ਰਿਤਸਰੀ। ਹਾਂ ਅੰਮ੍ਰਿਤਸਰੀ ਹੈਗਾ। ਤੇ ਤੁਸੀਂ ਮੈਨੂੰ ਦੱਸਿਆ ਸੀ ਤੁਸੀਂ ਕੋਈ ਪੋਇਮ ਵੀ ਲਿਖੀ ਸੀ, ਉਹ ਕੋਈ ਸਾਨੂੰ ਸੁਣਾਓ। ਮੈਂ ਕੋਰੋਨਾ ਵਾਇਰਸ ਤੇ ਲਿਖੀ ਹੈ ਜੀ ਇੱਕ ਪੋਇਮ, ਨਹੀਂ ਮਤਲਬ ਪ੍ਰੋਜ਼ ਲਿਖਿਆ ਹੈ ਮੈਂ। ਮੇਰੇ ਫਾਦਰ ਬੜੇ ਅੱਛੇ ਪੋਇਟ ਨੇ, ਪਰ ਮੈਂ ਇੰਨੀ ਟੈਲੈਂਟਡ ਨਹੀਂ, ਮੇਰੇ ਕੋਲੋਂ ਰਾਈਮ ਸਕੀਮ ਨਹੀਂ ਬਣਦੀ। ਮੈਂ ਜਰਨਲਿਸਟ ਹਾਂ, ਇਸ ਕਰਕੇ ਮੈਂ ਕਹਾਣੀ ਸੁਣਾਉਣਾ ਜਾਣਦੀ ਹਾਂ। ਸਹੀ ਹੈ, ਸੁਣਾਓ। ਇਸ ਨੂੰ ਉਰਦੂ ਔਰ ਹਿੰਦੀ ਦੋਨਾਂ ਦੇ ਲਫ਼ਜ਼ਾਂ 'ਚ ਮਿक्स करके लिखा गया। सो मैंने ये हिंदी में नहीं लिखी, हिंदुस्तानी में लिखी है। हिंदुस्तानी से मुराद ये है कि इसमें हिंदी के और उर्दू के दोनों के लफ्ज हैं, अल्फाज हैं, शब्द हैं, ताकि जो हमारे हिंदी स्पीकिंग एरियाज या के लोग हैं या उर्दू स्पीकिंग एरियाज के लोग हैं, उन सबको इसमें से कोई ना कोई शब्द, कोई ना कोई लफ्ज ऐसा लगे कि उनकी जिंदगी से ताल्लुक रखता है। और ये उन वक्तों की याददाश्त ताजा करने की कोशिश है जब हमारी जिंदगी में सोशल मीडिया नहीं था, लेकिन हम ज्यादा सोशल थे। जब हमारे पास सहूलतें कम थी, लेकिन रिश्ते हमारे ज्यादा मजबूत थे। तो इसका उन्वान, इसका शीर्षक, इसका टाइटल है प्लास्टिक की कुर्सियां, फोल्डिंग बेड्स और मोमबत्ती। तो अच्छा, थैंक यू, दैट्स अ ग्रेट कॉम्प्लीमेंट। और मैं दोबारा इट एनकरेजेस मी टू राइट मोर एंड राइट बेटर। तो ये है कि वो भी क्या दिन थे जब घरों में गर्मी और सीनों में ठंडक होती थी, जिंदगी एसी नहीं देसी होती थी। अक्सर घरों में शाम को बिजली चली जाती थी, लेकिन कसम से मोहल्ले में जान सी आ जाती थी। अपनी अपनी मोमबत्ती हाथ में लिए सब अड़ोसी पड़ोसी उस अंधेरी रात से एक साथ मिलकर जैसे लड़ने को तैयार हो जाते थे, बिना किसी के एक भी शब्द कहे। और फिर लगा लेते थे आसन अपने फोल्डिंग बेड्स और प्लास्टिक की कुर्सियों पर। स्कूल की पढ़ाई, दोपहरी में माँ के हाथों हुई पिटाई, औरतों के सूट साड़ी पर हुई महंगी सस्ती कढ़ाई, अपने अपने पति की बढ़ाई, मर्दों की आपसी जग हंसाई, किसकी है ज्यादा कमाई, किसकी बहू क्या क्या लाई, बच्चों की छुपन छुपाई, और इन सब गैर जरूरी लेकिन अहम बातों के बीच आज दाल सब्जी क्या है बनाई। बिल्कुल सही।
कौन चढ़ा सबसे पहले वैष्णो देवी की चढ़ाई, और कौन गया भूल बंद करना गैस पे रखी कढ़ाई। इन सब बेहद अहम सांसारिक मुद्दों पर चर्चा करते करते कब बिजली आ जाती थी पता ही नहीं चलता था। हमारे जीवन की तमाम समस्याएं, संघर्ष, सफलताएं भी अपनी अपनी दिनचर्या खत्म कर हमारे फोल्डिंग बेड्स, प्लास्टिक की कुर्सियां और हैप्पी बर्थडे टू यू गाकर बुझाई गई मोमबत्तियों के साथ वापस घर के अंदर चली जाती थी। तब अपनी समस्या, संघर्ष और सफलता साझा करने के लिए सोशल मीडिया या फिर सोशल नेटवर्किंग साइट्स की जरूरत नहीं पड़ती थी। उस वक्त शायद हम टेक्नोलॉजी से आगे थे क्योंकि हम ज्यादा सोशल थे। आज टेक्नोलॉजी हमसे आगे है। बात कहनी हो या जज्बात साझा करने हो, हम व्हाट्सएप नहीं, हे फ्रेंड व्हाट्सएप कहना जानते थे। हम अपना जीवन फेसबुक के लिए नहीं जीते थे, बल्कि ऐसी ही पावर कट वाली अंधेरी शाम में हमारी जिंदगी की बुक के पन्ने खुलते चलते चले जाते थे, और वो भी फेसबुक पर टाइप करके नहीं, फेस टू फेस। आज इन्वर्टर, जनरेटर और यूपीएस ने उस पार काट को इतिहास बना दिया है, जिसमें गर्मी की शाम में घर के बाहर गली में फोल्डिंग बेड्स और प्लास्टिक की कुर्सियों पर बैठे बैठे भिन भिनाते मच्छरों और पसीने की टपकती बूंदों के बीच होने वाली गुफ्तगू, मन की बात, चुगली, सलाह मशवरा, गिला शिकवा, साजिश, षड्यंत्र, इश्क मोहब्बत, लड़ाई झगड़ा वगैरह वगैरह का माहौल तो खत्म कर दिया है। लेकिन बदले में दिया क्या? बदले में दिया वही गुफ्तगू, चुगली, सलाह मशवरा, गिला शिकवा, साजिश, षड्यंत्र, इश्क मोहब्बत, लड़ाई झगड़ा वगैरह वगैरह का माहौल, लेकिन व्हाट्सएप और फेसबुक पर। यानी बात वही, जज्बात वही, शायद गर्मी की अंधेरी रात भी वही, लेकिन बिसात नहीं। बढ़ा तो कहने और सुनने वाले के बीच का फासला, घटा तो कहने और सुनने वाले के बीच का वास्ता। फोल्डिंग बेड्स और प्लास्टिक की कुर्सियां शायद सस्ती और बदसूरत जरूर थी, लेकिन रिश्तों की दौलत में कमी नहीं आने देती थी। आज फेसबुक और व्हाट्सएप पर मैसेज टाइप करते वक्त हम शायद किसी आलीशान पलंग या रिक्लाइनर पर बैठे होंगे, मगर रिश्तों में कुछ गरीबी सी महसूस होती है, जैसे किसी फकीर के कपड़े जो जिस्म को ढकते तो जरूर हैं, मगर उन पर जगह जगह लगे टांके बताते हैं कि मामला कमजोर भी है और नाजुक भी। बिल्कुल सही। वंडरफुल वंडरफुल। वैसे पता ना दसा, मैं आज तक प्लास्टिक की कुर्सी नहीं बैठना। ਇਹ वही ਸਾਦਗੀ ਦੀ कुर्सी है जो ਨਿਸ਼ਾਨੀ, तुसी जिक्र कीती है। ਇਹ ਸਾਦਗੀ ਦੀ ਨਿਸ਼ਾਨੀ ਹੈ ਜੀ। ਥੜਿਆਂ ਦੀ ਸਾਨੂੰ ਜਿਹੜੀ ਹੈ ਨਾ, ਥੜੇ ਦਾ ਜਦੋਂ ਤੁਹਾਡੀ ਜਿਹੜੀ ਹੈ ਪ੍ਰੋਜ਼ ਹੈ, ਮੀਨ ਲਾਈਕ ਇਟਸ ਐਬਸੋਲੂਟਲੀ वंडरफुल बिकॉज इट टेक्स यू ਜਿਹੜਾ ਥੜਿਆਂ ਦਾ टाइम के थड़ों पे बैठ के जिस तरह जिंदगी गुजरती है और जो नेचुरल उसका फ्लो, तो आप वंडरफुली देखिए, डन। आजकल बिजली जाती नहीं, जो जाती है तो हम यूपीएस के सहारे पावर कट को गुजार लेते हैं, लोड शेडिंग को गुजार लेते हैं। और वो मतलब अगर फुर्सत हो थोड़ी बहुत तो क्या करेंगे, फोन पर फेसबुक, इंस्टाग्राम, ये सब। इस किसी तरह पड़ोस, बिल्कुल बिल्कुल हमसाए इस के तरह। घर कौन जाता है मोमबत्ती लेकर। ਕੱਲ ਬਲਕਿ ਤੁਹਾਡੀ ਜਿਹੜੀ फेवरेट डॉक्टर जोया ਦਾ ਸਾਡੇ ਨਾਲ इंटरव्यू ਸੀ मरीना खान ਦਾ, तो हाँ उससे यही बात हो रही थी और वो यही उस समय पूछ रहा था कि भाई जो आपका धूप किनारे का रोमांस था, इट बिल्ड्स विद यू, इट सिमर्स एंड या देन इट रीचेस। आजकल की फिल्मों और ड्रामों में एक हरी है कि भाई बस हो गया, ये हो गया, बस मिले, हो गया और रोमांस शुरू। तो इसीलिए उसमें वो पावर नहीं है कि जो कि उस जमाने के उसमें थी, जो ये जमाने की बात करें कि इट डेवलप्स, इट बिल्ड्स। यू कैन नॉट हरी थिंग्स, यू हैव टू लेट देम। जैसे कहते हैं ना, प्रेशर कुकर ਦਾ ਬਣਾਇਆ ਹੈ ਖਾਣਾ ਤੇ ਜਿਹੜਾ ਅੱਜ ਹਲਕੀ ਆਂਚ ਤੇ ਬਣਾਇਆ ਹੈ, ਫਰਕ ਬਹੁਤ ਹੁੰਦਾ ਉਹਦੇ हाँ बिल्कुल। और तुसी देखो ना, लाहौरी और अमृतसरी मजबूर है कि वो मिसाल भी खाने दी देगा। ਸਮਝ ਜਲਦੀ ਆ ਜਾਂਦੀ ਹੈ ਨਾ। ਉਹ ਅਸੀਂ ਤੇ ਇਹ ਕਹਿੰਦੇ ਆ ਨਾ ਕਿ ਅੰਮ੍ਰਿਤਸਰ ਚ ਫਲਾਣੀ ਜਗ੍ਹਾ ਕਿੱਥੇ ਬਈ ਤੇਰਾ ਘਰ, ਉਹ ਇੱਧਰ ਇੱਧਰ। ਥੋੜੇ ਦਿਨ ਪਹਿਲੇ ਮੈਨੂੰ ਕੋਈ ਮਿਲਿਆ ਇੱਥੇ ਫੋਨ ਤੇ, ਇੱਥੇ ਆਸਟ੍ਰੇਲੀਆ ਚ, ਤੁਹਾਡਾ, ਅਸੀਂ ਅੰਮ੍ਰਿਤਸਰ ਦੇ ਆ, ਕਿੱਥੇ ਤੁਹਾਡਾ ਘਰ? ਅੱਛਾ ਉਹ ਹਲਵਾਈ ਦੇ ਕੋਲ, ਉਹ ਵਾਲੇ। ਇਸ ਤਰ੍ਹਾਂ ਲਾਹੌਰ ਵੀ ਇਸ ਤਰ੍ਹਾਂ ਹੀ ਬਿਲਕੁਲ ਲੈਂਡਮਾਰਕਸ ਵੀ ਸਾਡੇ ਖਾਣ ਪੀਣ ਦੇ ਹੀ ਨੇ।
चलो जी, थैंक यू सो मच फॉर थैंक गिविंग यू अस सो जी, मच थैंक टाइम। यू। टाटा, और लेट इन ऑस्ट्रेलिया, बट थैंक यू सो मच, बड़ा मजा आया। बड़ा इट वाज अ वेरी जिन्हों कहते हैं ना नेक्स्ट डोर कॉन्वर्सेशन, कि जिस तरह हाँ, गवांढियों ਨਾਲ ਗੱਲ ਕਰੀ ਦੀ ਛੱਤ ਤੇ ਜਾ ਕੇ। ਤੇ ਸਰ ਅਸੀਂ ਤਾਂ ਮਤਲਬ ਇੰਡੀਆ ਦੇ ਲੋਕ, ਪਾਕਿਸਤਾਨ ਦੇ ਲੋਕ ਜਿੱਥੇ ਵੀ ਦੁਨੀਆ ਭਰ ਚ ਰਹਿਣ, ਉਹ ਇੱਕ ਤੁਸੀਂ ਕਹਿ ਰਹੇ ਕਦੀਮੀ ਗਵਾਂਢੀ ਆ ਨਾ ਅਸੀਂ। हाँ बिल्कुल ਕਦੀਮੀ बिल्कुल। ਕਦੀਮੀ ਕਹਿ ਲੋ, ਮਤਲਬ ਕਦੀਮੀ ਤਾਂ ਨਹੀਂ ਕਹਿ ਸਕਦੇ, 70 ਸਾਲ ਪੁਰਾਣੇ ਆ, ਲੇਕਿਨ ਹੁਣ ਸਮਝ ਲਓ ਕਿ ਅਸੀਂ ਗਵਾਂਢੀ ਹੈਗੇ ਆ ਫॉर द रेस्ट ऑफ टाइम। ऑफ कोर्स यू कैन नॉट चेंज योर नेबर्स। ਸੋ ਪਿਆਰ ਮੁਹੱਬਤ ਨਾਲ ਇੱਕ ਦੂਸਰੇ ਦੀ ਇੱਜ਼ਤ ਕਰਕੇ ਰਹਿਆ ਜਾਏ, ਤੇ ਕਿਉਂਕਿ ਤੁਸੀਂ ਰਿਸ਼ਤੇਦਾਰਾਂ ਨਾਲ ਰਿਸ਼ਤਾ ਤੋੜ ਸਕਦੇ ਹੋ, ਆਪਣੇ ਗੁਆਂਢੀਆਂ ਦੇ ਨਾਲ ਕੀ ਕਰ ਸਕਦੇ ਹੋ? ਦੀਵਾਰ ਖੜੀ ਕਰਨ ਤੋਂ ਜ਼ਿਆਦਾ ਕੁਝ ਨਹੀਂ ਅਸੀਂ ਕਰ ਸਕਦੇ, ਔਰ ਅਸੀਂ ਕਰ ਚੁੱਕੇ हाँ ਹਾਂ। बिल्कुल बिल्कुल, दीवारां ਸੋ ते कदों दी खलोती हैं। ਦਿਲਾਂ ਦੇ ਵਿੱਚ ਦੀਵਾਰਾਂ ਜਿਹੜੀਆਂ ਨੇ ਉਹ ਹੁਣ ਪੱਕੀਆਂ ਹੁੰਦੀਆਂ ਜਾ ਰਹੀਆਂ, ਉਹਨਾਂ ਨੂੰ ਜ਼ਰਾ ਇੱਕ ਧੱਕਾ ਦੇ ਕੇ ਤੇ ਉਹਨਾਂ ਨੂੰ ਸੁੱਟੀਏ। ਦੋਵੇਂ ਮੁਲਕ ਇੱਕ ਦੂਸਰੇ ਦੇ ਨਾਲ ਰਹਿ ਕੇ ਹੀ ਤਰੱਕੀ ਕਰ ਸਕਦੇ ਨੇ, ਪਿਆਰ ਮੁਹੱਬਤ ਇੱਜ਼ਤ ਨਾਲ। ਹਾਂ ਠੀਕ ਹੈ, ਇੱਕ ਦੂਸਰੇ ਦੀ ਜਿੱਥੇ ਜਿੱਥੇ ਸੋਵਰੇਨਟੀ ਦਾ ਸਵਾਲ ਹੈ ਉਹ ਉਸ ਨੂੰ ਅਪਹੋਲਡ ਕੀਤਾ ਜਾਵੇ, ਔਰ ਜੋ ਆਊਟਸਟੈਂਡਿੰਗ ਇਸ਼ੂਜ਼ ਨੇ ਉਹਨਾਂ ਨੂੰ ਮੈਚੁਰ ਤਰੀਕੇ ਨਾਲ ਆਪਸ 'ਚ ਬੈਠ ਕੇ ਸੁਲਝਾਇਆ ਜਾਵੇ। ਸੋ ਬੜਾ बिल्कुल, ਚੰਗਾ हर चीज ਲੱਗਦਾ। गलबात नाल हो सकती है, हर चीज गलबात नाल हो सकती है, बल्कि ਹਾਂ इट विल बी वेरी अनफॉर्चुनेट जे साडियां अगलियां जनरेशनां भी ਉਹੀ ਫੇਸ ਕਰਨ ਜਿਹੜਾ ਅਸੀਂ ਫੇਸ ਕੀਤਾ ਸੀ। ਤੇ ਥੈਂਕ ਯੂ ਸੋ ਮਚ ਥੈਂਕ ਯੂ ਜੀ, ਅਗੇਨ। ਮਾਈ ਇਟ ਪਲੇਜ਼ਰ, ਵਾਸ ਥੈਂਕ ਯੂ। ਔਰ ਸਾਰਿਆਂ ਨੂੰ ਈਦ ਮੁਬਾਰਕ ਇੱਕ ਵਾਰ ਫੇਰ, ਔਰ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਦੇ ਸੱਜਣ ਮਿੱਤਰ ਜਾਂ ਪਰਿਵਾਰ ਦੇ ਨਜ਼ਦੀਕੀ ਕਰਾਚੀ ਦੇ ਉਸ ਬੜੇ ਹੀ ਮੰਦਭਾਗੇ ਪਲੇਨ ਕ੍ਰੈਸ਼ ਦੇ ਵਿੱਚ ਜਿਨ੍ਹਾਂ ਦੀਆਂ ਜਾਨਾਂ ਗਈਆਂ। ਸਲਮਾਨ ਸੂਫੀ ਸਾਹਿਬ ਨੇ ਇਹ ਇੰਟਰੈਕਸ਼ਨ ਉਸ ਦਿਨ ਵਾਸਤੇ ਰੱਖੀ ਸੀ, ਲੇਕਿਨ ਇਹਨਾਂ ਦੀ ਬੜੀ ਸੋਹਣੀ ਹਿਦਾਇਤ ਔਰ ਮਸ਼ਵਰਾ ਇਹ ਸੀ ਕਿ ਅਸੀਂ ਇਸ ਨੂੰ ਪੋਸਟਪੋਨ ਕਰੀਏ, ਕਿਉਂਕਿ ਜਦ ਸਾਡੇ ਪੜੋਸੀਆਂ ਦੇ ਘਰ 'ਚ ਮਾਤਮ ਹੋਏ ਤੇ ਅਸੀਂ ਹਾਸਾ ਮਜ਼ਾਕ ਨਹੀਂ ਕਰ ਸਕਦੇ, ਚੰਗਾ ਵੀ ਨਹੀਂ ਲੱਗਦਾ ਔਰ ਸਾਡਾ ਬਣਦਾ ਵੀ ਨਹੀਂ ਹੈ। ਸੋ ਬਿਲਕੁਲ ਉਹਨਾਂ ਬਿਲਕੁਲ ਸਾਰੇ ਦੋਸਤਾਂ ਦੇ ਵਾਸਤੇ, ਔਰ ਜਿਹੜੀਆਂ ਰੂਹਾਂ ਵਿਛੜ ਗਈਆਂ ਨੇ ਉਹਨਾਂ ਦੇ ਵਾਸਤੇ ਅਰਦਾਸ ਦੁਆ, ਔਰ ਉਹਨਾਂ ਲੋਕਾਂ ਵਾਸਤੇ ਵੀ ਅਰਦਾਸ ਦੁਆ ਕਿ ਉਹਨਾਂ ਨੂੰ ਰੱਬ ਮਜ਼ਬੂਤੀ ਦਵੇ, ਤਾਕਤ ਦਵੇ ਇਸ ਵਿਛੋੜੇ ਨੂੰ ਬਰਦਾਸ਼ਤ ਕਰਨ ਦਾ। ਔਰ ਆਮੀਨ। ਅਸੀਂ ਪਿਆਰ ਮੁਹੱਬਤ ਨਾਲ ਇਸੇ ਤਰੀਕੇ ਹਮੇਸ਼ਾ ਇੱਕ ਦੂਸਰੇ ਦੇ ਬਿਲਕੁਲ ਨਾਲ, ਪਾਕਿਸਤਾਨ ਦੇ ਲੋਕ, ਇੰਡੀਆ ਦੇ ਲੋਕ, ਇਹ ਸਾਡੇ ਨਾਲ ਦੇ ਘਰ ਦੇ ਪਿਛਲੇ ਪਾਸੇ ਜੀ ਕਰਾਚੀ ਦੇ ਨਿਕਲ ਆਏ, ਉਹ ਰੋਜ਼ ਪਲੇਟਾਂ ਕੌਲੀਆਂ ਇੱਕ ਦੂਜੇ ਨਾਲ ਚੇਂਜ ਹੁੰਦੀਆਂ ਸੀ ਡੇਲੀ। ਉਹ ਹੁਣ ਮੂਵ ਕਰ ਗਏ ਨੇ ਇੱਥੋਂ, ਲੇਕਿਨ ਇਹ ਹੈ ਕਿ ਅਸੀਂ ਜਿੱਥੇ ਵੀ ਮਿਲਾਂਗੇ ਇੱਕ ਦੂਸਰੇ ਦੇ ਨਾਲ, ਅਸੀਂ ਨਾਰਥ ਇੰਡੀਆ ਦੇ ਲੋਕ ਜਿਹੜੇ ਨੇ ਉਹ ਸ਼ਾਇਦ ਸਾਊਥ ਇੰਡੀਅਨ ਦੇ ਨਾਲ ਦੇਰ ਨਾਲ ਕਨੈਕਟ ਹੁੰਦੇ, ਲੇਕਿਨ ਪੰਜਾਬੀ ਹਮੇਸ਼ਾ ਜਲਦੀ ਕਨੈਕਟ ਹੁੰਦਾ। ਹਾਂ, ਪੰਜਾਬੀਆਂ ਦੀ ਨਾਨੀ ਇੱਕੋ ਹੀ ਹੁੰਦੀ ਹੈ। ਹਾਂਜੀ ਹਾਂਜੀ, ਚਲੋ ਥੈਂਕ ਜੀ, ਯੂ ਜੀ, ਥੈਂਕ ਯੂ ਬਹੁਤ ਤੇ ਬਹੁਤ ਹੈਵ ਅ ਗੁੱਡ ਸ਼ੁਕਰੀਆ ਨਾਈਟ। ਜੀ, ਥੈਂਕ ਯੂ ਥੈਂਕ ਯੂ ਬਹੁਤ ਥੈਂਕ ਯੂ ਮਿਹਰਬਾਨੀ ਤੁਹਾਡੀ, ਸਤਿ ਸ੍ਰੀ ਥੈਂਕ ਅਕਾਲ, ਤੇ ਆਪਣਾ ਖਿਆਲ ਰੱਖੋ। ਯੂ ਜੀ, ਗੁੱਡ ਨਾਈਟ। Thank you. Good night. Thank you very much, viewers, for tuning in for an amazing session with Ruchika Talwar, who joined us all the way from Melbourne. We have another session coming up at 9 p.m. with Soni Razdan, who's going to join us from Mumbai. So, Wow. see you. Yes. So, it will be a good session. See you in a couple of hours. Take care. Good afternoon.